ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਹਉ ਵਾਰ ਵਾਰ ਜਾਉ ਗੁਰ ਗੋਪਾਲ, ਮੋਹਿ ਨਿਰਗੁਣ ਤੁਮ ਪੂਰਨ ਦਾਤੇ। ਦੀਨਾ ਨਾਥ ਦਿਆਲ, ਊਠਤ ਬੈਠਤ ਸੋਵਤ ਜਾਗਤ, ਜੀ ਪ੍ਰਾਣ ਤਨ ਮਾਲ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਸਹਿਤ ਹਜੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਬੜੇ ਪਿਆਰ ਵਿੱਚ ਵਜਦ ਵਿੱਚ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨੂੰ ਗਾ ਰਹੇ ਸਨ। ਉਸ ਤੋਂ ਉਪਰੰਤ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਨੇ, ਇਸ ਬੱਚੇ ਨੇ ਬਹੁਤ ਪਿਆਰ ਦੇ ਵਿੱਚ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਦ੍ਰਿੜ ਕਰਾਉਣ ਵਾਸਤੇ ਇਸ ਬੱਚੇ ਨੇ, ਬੜੀ ਹਿੰਮਤ ਹੁੰਦੀ ਹੈ ਕਿ ਛੋਟਾ ਬੱਚਾ ਸਟੇਜ 'ਤੇ ਬੈਠ ਕੇ ਜਾਂ ਖੜੇ ਹੋ ਕੇ ਬੋਲਦਾ ਹੈ। ਧੰਨ ਨੇ ਉਹ ਮਾਵਾਂ ਜਿਹੜੇ ਆਪਣੇ ਬੱਚਿਆਂ ਨੂੰ ਇਹ ਗੁੜਤੀ ਦਿੰਦੀਆਂ ਹਨ। ਤਾਂ ਗੁਰੂ ਮਹਾਰਾਜ ਸਭ 'ਤੇ ਕਿਰਪਾ ਰਹਿਮਤ ਕਰਨ। ਆਪ ਸਾਰੇ ਮਾਈ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਜ਼ਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਪੁਰਬ ਨੂੰ ਮਨਾਉਣ ਦੀਆਂ ਸੰਗਤਾਂ ਲਾ ਖੱਟ ਰਹੇ ਹੋ। ਹੁਕਮ ਹੋਇਆ ਹੈ ਕੁਝ ਸਮਾਂ ਗੁਰਬਾਣੀ ਵਿਚਾਰ ਦੇ ਨਾਲ ਅਸੀਂ ਜੁੜਨ ਦਾ ਯਤਨ ਕਰਨਾ ਹੈ। ਮੈਂ ਬੇਨਤੀ ਕਰਾਂਗਾ ਜ਼ਰੂਰ ਆਪ ਜੀ ਇਕਾਗਰਤਾ ਨਾਲ ਬੈਠੋ। ਜਿੱਥੇ ਸਰੀਰ ਕਰਕੇ ਬੈਠੇ ਹੋ ਉੱਥੇ ਮਨ ਦੀ ਹਾਜ਼ਰੀ ਜ਼ਰੂਰ ਲਵਾਓ। ਜਿਹੜੀ ਹਾਜ਼ਰੀ ਸਾਡੀ ਲੱਗਣੀ ਹੈ, ਸਰੀਰ ਕਰਕੇ ਤੇ ਧਾਰਮਿਕ ਸਥਾਨਾਂ 'ਤੇ ਭੀੜਾਂ ਲੱਗੀਆਂ ਨੇ, ਪਰ ਮਨ ਕਰਕੇ ਹਾਜ਼ਰੀ ਇਹ ਕੋਈ ਵਿਰਲਾ ਹੀ ਕਰਦਾ ਹੈ। ਤਾਂ ਤੁਹਾਡੀ ਇਕਾਗਰਤਾ ਦੇ ਵਿੱਚ ਹੀ ਵਿਚਾਰਾਂ ਹੁੰਦੀਆਂ ਨੇ। ਬੈਠ ਕੇ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਹੋਏ ਇਕੱਤਰ, ਮਿਲੋ ਮੇਰੇ ਭਾਈ
ਦੁਵਿਧਾ ਦੂਰ ਕਰੋ ਲਿਵ ਲਾਏ। ਇੱਥੇ ਬੈਠ ਕੇ ਅਸੀਂ ਮਨ ਦੀਆਂ ਜਿਹੜੇ ਚਲਦੇ ਜੀਵਨ ਵਿੱਚ ਦੁਚਿੱਤੀਆਂ ਨੇ, ਦੋਏ ਭਾਅ ਹੈ, ਅੱਜ ਦਾ ਪੁਰਬ ਮਨਾਉਣ ਵਾਸਤੇ ਅਸੀਂ ਇੱਥੋਂ ਇਹਨਾਂ ਕੁਰੀਤੀਆਂ ਤੋਂ ਦੂਰ ਹੋਣਾ ਹੈ। ਸੋ ਆਓ ਮਨ ਨੂੰ ਇਕਾਗਰ ਕਰੀਏ। ਜੇ ਕਿਤੇ ਮਨ ਇੱਧਰ ਉੱਧਰ ਜਾ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਨਿਜ ਘਰ ਦੇ ਵਿੱਚ ਆ ਕੇ ਅਸੀਂ ਟਿਕਾ ਵਿੱਚ ਬਹਿਣਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ, ਇੱਕ ਸਾਵਧਾਨਤਾ, ਇਕਾਗਰਤਾ ਤੇ ਚਿੱਤ। ਤੋ ਮਹਾਰਾਜ ਕਿਰਪਾ ਕਰਨ, ਇੱਕ ਵਾਰੀ ਸਾਰੇ ਮਾਈ ਭਾਈ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ ਸਤਨਾਮ ਸ੍ਰੀ। ਇੱਕ ਦੋ ਕਨਸੈਪਟ ਸਾਂਝ ਕਰਾਂਗੇ। ਮਹਾਰਾਜ ਸੇਵਾ ਲੈਣ, ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। ਗੁਰੂ ਨਾਨਕ ਦੇ ਘਰ ਵਿੱਚ ਆ ਕੇ ਦਰਸ਼ਨ ਸਮਝ ਲਈਏ ਕਿ ਦਰਸ਼ਨ ਕੀ ਹੁੰਦੇ ਹਨ। ਕਈ ਵਾਰੀ ਅਸੀਂ ਭੁਲੇਖਿਆਂ ਵਿੱਚ ਹੀ ਆ ਜਾਂਦੇ ਹਾਂ, ਭੁਲੇਖੇ ਵਿੱਚ ਹੀ ਚਲੇ ਜਾਂਦੇ ਹਾਂ। ਘਰੋਂ ਸਮਾਂ ਕੱਢ ਕੇ ਆਏ ਹੋ, ਆਲਸ ਵੀ ਤਿਆਗ ਕੀਤਾ ਜੇ। ਕਈ ਦੂਰੋਂ ਚੱਲ ਕੇ ਆਏ ਨੇ, ਮਾਇਆ ਵੀ ਲਗਾ ਕੇ ਆਏ ਹੋਣਗੇ। ਅਸੀਂ ਆਏ ਦੂਰ ਗੁਰਦੁਆਰੇ ਸਾਹਮਣੇ ਦਰਸ਼ਨ ਕੀਤੇ, ਮੱਥਾ ਨਹੀਂ ਟੇਕਣਾ ਕਹੀਦਾ। ਮੱਥਾ ਟੇਕਣਾ ਤੇ ਹੁੰਦਾ ਕਿ ਕਿਸੇ ਨੂੰ ਮਗਰੋਂ ਲਾਉਣ ਵਾਲੀ ਗੱਲ ਹੈ, ਮੈਨੂੰ ਖਿਮਾ ਕਰ ਦੇਣਾ। ਗੁਰੂ ਘਰ ਵਿੱਚ ਜਦ ਵੀ ਆਉਣਾ ਹੈ, ਸਿੱਖ ਦੀ ਰਸਨਾ ਤੇ ਹੋਣਾ ਚਾਹੀਦਾ ਕਿ ਅਸੀਂ ਗੁਰੂ ਦੇ ਦਰਸ਼ਨ ਕਰਨ ਜਾ ਰਹੇ ਹਾਂ। ਸਾਹਮਣੇ ਸਨਮੁਖ ਹੋ ਕੇ ਅਰਦਾਸ ਕੀਤੀ, ਪਰਿਕਰਮਾ ਕੀਤੀ, ਫਿਰ ਅਰਦਾਸ ਕੀਤੀ। ਸਾਰੀ ਗੱਲ ਗੁਰੂ ਨੂੰ ਕਹਿ ਕੇ ਤੇ ਅਸੀਂ ਬਾਹਰ ਚਲੇ ਗਏ। ਮੈਂ ਨਹੀਂ ਸਮਝਦਾ ਕਿ ਇਹ ਦਰਸ਼ਨ ਨੇ। ਮੈਂ ਕਿ ਗੁਰੂ ਦੀ ਬਾਣੀ ਜੋ ਕਹਿ ਰਹੀ ਹੈ, ਗੁੱਸਾ ਨਾ ਕਰਨਾ। ਖਾਲੀ ਗੁਰੂ ਨੂੰ ਵੇਖ ਕੇ ਗੁਰੂ ਦੇ ਦਰਸ਼ਨ ਨਹੀਂ ਨੇ। ਕੋਈ ਬੱਚਾ ਸਕੂਲ ਦੀ ਇਮਾਰਤ ਦੇਖ ਕੇ ਜਾਂ ਸਕੂਲ ਦਾ ਟੀਚਰ ਦੇਖ ਕੇ ਆ ਜਾਵੇ ਕਿ ਜੀ ਮੈਂ ਸਕੂਲ ਹੋ ਆਇਆ, ਪੜ੍ਹੇ ਲਿਖੇ ਆਪ ਜੀ ਬੈਠੇ ਹੋ, ਮੈਂ ਨਹੀਂ ਸਮਝਦਾ ਕਿ ਉਹ ਬੱਚਾ ਪਾਸ ਹੋ ਸਕਦਾ ਹੈ। ਮੈਂ ਸਿੰਪਲ ਗੱਲ ਤਾਂ ਕਰ ਰਿਹਾ ਕਿ ਪਕੜ ਵਿੱਚ ਆ ਜਾਏ। ਗੁਰਬਾਣੀ ਤੇ ਕਹਿੰਦੀ ਹੈ, ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਸੰਸਾਰ ਵੇਖ ਰਿਹਾ ਗੁਰੂ ਨੂੰ ਤੇ। ਪਰ ਮਹਾਰਾਜ ਦੇ ਅਗਲੇ ਵਚਨ ਬੜੇ ਭਾਵਪੂਰਨ ਨੇ। ਡਿਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਡਿਠੇ ਭਾਵ ਦੇਖਣਾ। ਜਦ ਤੱਕ ਬੈਠ ਕੇ ਅਸੀਂ ਗੁਰੂ ਦੀ ਆਪਣੀ ਗੱਲ ਤੇ ਸੁਣਾ ਦਿੱਤੀ, ਬਈ ਮੈਨੂੰ ਇਹ ਤਕਲੀਫ ਹੈ, ਇਹ ਦੁੱਖ ਨੇ, ਕਿਉਂਕਿ ਸੰਸਾਰ ਦੁੱਖਾਂ ਨਾਲ ਭਰਿਆ ਪਿਆ ਹੈ। ਕੋਈ ਘਰ ਐਸਾ ਨਹੀਂ ਹੈ ਜਿੱਥੇ ਦੁੱਖ ਨਾ ਹੋਵੇ। ਜੇ ਡਾਕਟਰ ਕੋਲ ਵੀ ਅਸੀਂ ਜਾਂਦੇ ਹਾਂ, ਡਾਕਟਰ ਨੂੰ ਆਪਣੀ ਬਿਮਾਰੀ ਦੱਸ ਕੇ ਆ ਜਾਈਏ, ਕੋ ਜੀ ਮੈਂ ਰਾਜੀ ਨਹੀਂ ਹੋ ਰਿਹਾ, ਫਿਰ ਡਾਕਟਰ ਦਾ ਕਸੂਰ ਨਹੀਂ, ਸਾਡਾ ਹੈ। ਡਾਕਟਰ ਕਹਿੰਦਾ ਹੁਣ ਮੈਂ ਤੇਰੀ ਗੱਲ ਤੇ ਸੁਣ ਲਈ ਹੈ, ਕਿ ਗੁਰੂ ਤੇ ਜਾਣਦਾ ਹੈ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਹੁਣ ਗੁਰੂ ਕਹਿੰਦਾ ਮੈਂ ਤੇਰੀ ਗੱਲ ਤੇ ਸੁਣ ਲਈਏ, ਹੁਣ ਤੂੰ ਬੈਠ ਜਾ। ਡਿੱਠੇ ਮੁਕਤ ਨਾ ਹੋਵਈ ਜਿਚਰ
ਸ਼ਬਦ ਨਾ ਕਰੇ ਵਿਚਾਰ। ਐਵੇਂ ਤੁਸੀਂ ਮੱਥਾ ਟੇਕ ਕੇ ਕਹਿੰਦੇ ਆ ਨਾ, ਇਸ ਤਰ੍ਹਾਂ ਆਏ ਮੈਂ ਮੱਥਾ ਟੇਕ ਕੇ ਚਲਾ ਗਿਆ, ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਦੇ ਭਾਵੇਂ ਦਿਨ ਵਿੱਚ ਨਾ 100 ਵਾਰੀ ਆ ਜਾ, ਇਹ ਦਰਸ਼ਨ ਨਹੀਂ ਨੇ। ਇਹ ਬਾਣੀ ਕਹਿ ਰਹੀ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈਆਂ, ਸ਼ਬਦ ਨਾ ਲਾਗੋ ਭਾਓ। ਜੇ ਸ਼ਬਦ ਦੇ ਨਾਲ ਪਿਆਰ ਨਹੀਂ ਹੈ, ਉਸ ਨੂੰ ਸੁੱਖ ਨਾ ਉਪਜੇ, ਭਾਵੇਂ 100 ਗੇੜਾ ਆਵੋ ਜਾਓ। ਭਾਵੇਂ ਤੁਸੀਂ 100 ਗੇੜੇ ਵਾਰ ਆਉਂਦੇ ਰਹੋ ਜਾਂਦੇ ਰਹੋ, ਕਹੋ ਜੀ ਮੈਂ ਦਰਸ਼ਨ ਕਰ ਰਿਹਾ, ਨਹੀਂ। ਦਰਸ਼ਨ ਤੋਂ ਭਾਵ ਹੁੰਦਾ ਹੈ ਗੁਰੂ ਦੀ ਵਿਚਾਰਧਾਰਾ ਨੂੰ ਸੁਣਨਾ, ਗੁਰੂ ਦੀ ਬਚਨਾਂ ਨੂੰ ਸੁਣਨਾ, ਗੁਰੂ ਦੇ ਸਿਧਾਂਤਾਂ ਨੂੰ ਸੁਣਨਾ। ਕਬੀਰ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ ਕਿ ਭਾਵੇਂ ਤੂੰ ਨਾ ਗੰਗਾ ਦੇ ਕਿਨਾਰੇ ਝੁੱਗੀ ਆਪਣਾ ਘਰ ਹੀ ਵਸਾ ਲੈ। ਕਬੀਰ ਗੰਗਾ ਤੀਰ ਜੋ ਘਰ ਕਰੇ, ਤੀਰ ਹੁੰਦਾ ਕਿਨਾਰਾ, ਪੀਵਹਿ ਨਿਰਮਲ ਨੀਰ। ਹੁਣ ਬਹਿ ਕੇ ਰੋਜ਼ ਜਲ ਵੀ ਛਕ ਰਿਹਾ ਗੰਗਾ ਦਾ। ਬਿਨ ਹਰ ਭਗਤ ਨਾ ਮੁਕਤ ਹੋਏ, ਇਹੋ ਕਹਿ ਰਮੈ ਕਬੀਰ। ਹੁਣ ਫੈਸਲਾ ਕਲੀਅਰ ਹੋ ਗਿਆ ਕਿ ਜੇ ਤੂੰ ਗੰਗਾ ਦੇ ਘਰ ਗੁਰਦੁਆਰੇ ਸਮਝ ਲੈ, ਇੱਥੇ ਸਾਂਝੀ ਗੱਲ ਹੁੰਦੀ ਹੈ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਗੱਲ ਕਿਸੇ ਮੁਸਲਮਾਨ ਦੀ ਹੋ ਰਹੀ ਹੈ, ਇਹਦੇ ਵਿੱਚ ਸਾਡਾ ਕੀ ਕੰਮ ਹੈ। ਨਹੀਂ, ਬਾਣੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਜੋ ਵਰਨਾ ਕੋ ਸਾਂਝ। ਫਰੀਦਾ ਬੇਨਮਾਜ਼ਾਂ ਕੁੱਤੀਆਂ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਵਸੀਤ। ਅਸੀਂ ਸੋਚਦੇ ਹਾਂ ਕਿ ਇਹ ਕਿਸੇ ਮੁਸਲਮਾਨ ਵਾਸਤੇ ਕਿਹਾ ਕਿ ਉਹ ਨਮਾਜ਼ੀ ਨਹੀਂ ਹੈ ਤੇ ਉਹਨੂੰ ਤਾੜਨਾ ਮਿਲੀ ਹੈ ਤੇ ਇਹ ਉਹਦੇ ਵਾਸਤੇ ਵੀ ਨਹੀਂ, ਇਹ ਸਾਡੇ ਵਾਸਤੇ ਵੀ ਹੈ। ਬੇਨਮਾਜ਼ਾਂ ਕੁੱਤਿਆਂ, ਦੇਖੋ ਕਿਤਨੇ, ਕਿਸੇ ਨੂੰ ਕੁੱਤਾ ਕਹਿ ਦੋ ਤਾਂ ਕਿੰਨਾ ਬੜਾ ਇੱਕਦਮ ਆਪੇ ਤੋਂ ਬਾਹਰ ਹੋ ਜਾਏਗਾ। ਪਰ ਗੁਰੂ ਦੀ ਬਾਣੀ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਸਾਂਝਾ ਉਪਦੇਸ਼ ਹੈ। ਇਹ ਸਾਡੇ ਵਾਸਤੇ ਵੀ ਹੈ। ਜੇ ਮੈਂ ਵੀ ਸਟੇਜ 'ਤੇ ਬੈਠਾ, ਤੁਸੀਂ ਸੁਣ ਰਹੇ ਹੋ, ਜੇ ਮੈਂ ਵੀ ਨੇਮ ਨਹੀਂ ਕਰਦਾ ਤੇ ਇਹ ਲਾਗੂ ਮੇਰੇ ਵਾਸਤੇ ਵੀ ਹੈ, ਪਹਿਲਾਂ ਮੇਰੇ ਵਾਸਤੇ ਵੀ। ਦਰਸ਼ਨ ਤੋਂ ਭਾਵ ਹੈ ਕਿ ਗੁਰੂ ਦੇ ਸਿਧਾਂਤ ਨੂੰ ਬੈਠ ਕੇ ਸੁਣਨਾ। ਜੋ ਤੁਸੀਂ ਸੁਣ ਰਹੇ, ਕਦੇ ਵੀ ਗੁਰਦੁਆਰੇ ਆਓ, 5 ਮਿੰਟ 10 ਮਿੰਟ 15 ਮਿੰਟ ਜ਼ਰੂਰ ਬੈਠਿਆ ਕਰੋ। ਕਬੀਰ ਏਕ ਘੜੀ ਆਧੀ ਘੜੀ, ਦੇਖੋ ਸਾਨੂੰ ਕਿੰਨੀ ਕੰਸੈਸ਼ਨ ਵੀ ਦਿੱਤੀ ਹੋਈ ਹੈ। ਅੱਧੀ ਘੜੀ, ਇੱਕ ਘੜੀ 24 ਮਿੰਟ ਦੀ 12 ਕਰ ਲਓ, ਅੱਧੀ ਉਹਦੀ ਵੀ ਅੱਧੀ ਕਰ ਲਓ। ਦੇਖੋ 6 ਮਿੰਟ ਕੀ ਹੁੰਦੇ ਨੇ, ਇੰਨੇ ਰਜੇਵਿਆਂ 'ਚੋਂ 6 ਮਿੰਟ। ਕਬੀਰ ਏਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ। ਤੇ ਮਾਰਾ ਹੀ ਮਿਲੇਗਾ ਕਿ ਜੇ ਮੈਂ ਤੁਹਾਡੀ ਸੰਗਤ ਵਿੱਚ ਆ ਕੇ ਬੈਠਾਂਗਾ ਪਿਆਰ ਦੇ ਨਾਲ। ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋਲਾ। ਜਦੋਂ ਭਗਤਾਂ ਦੇ ਨਾਲ ਗੋਸ਼ਟੀ ਕਰੇਗਾ, ਇਹ ਜਿਹੜੀ ਕਰ ਰਹੇ ਹਾਂ, ਇਹ ਵਿਚਾਰ ਹੀ ਹੈ ਨਾ ਆਪਸ ਵਿੱਚ। ਵਿਚਾਰ ਸੁਣ ਕੇ ਹੀ ਵਿਚਾਰ ਬਦਲੇ ਜਾਣੇ ਜੇ, ਇਹ ਗੱਲ ਨੋਟ ਕਰ ਲਓ। ਗੁਰੂ ਨਾਨਕ ਪਾਤਸ਼ਾਹ ਦਾ ਅਸੀਂ ਆਗਮਨ ਪੁਰਬ ਮਨਾ ਰਹੇ ਹਾਂ। ਲੱਖਾਂ ਕਰੋੜਾਂ ਬੰਦਿਆਂ ਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਹੋਣਗੇ। ਕੋਈ ਗੁਰੂ ਨਾਨਕ ਪਾਤਸ਼ਾਹ ਤੇ ਨਹੀਂ ਨਾ ਕਰਤਾਰਪੁਰੀਆਂ ਰਾਏ ਪੂਏ ਦੀ ਤਲਵੰਡੀ, ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੋਇਆ, ਅੰਦਰ ਘਰ ਹੀ ਬੈਠੇ ਰਹੇ ਨੇ। ਹਾਂ, ਦੂਜੇ ਧਰਮਾਂ ਦੇ ਮੈਂ ਨਾਮ ਨਹੀਂ ਲੈਣਾ, ਉਹ ਚਾਹੁੰਦੇ ਨੇ ਕਿ ਰੱਬ ਨੂੰ ਪਾਣਾ ਹੈ ਤੇ ਪਹਾੜਾਂ ਦੀਆਂ ਕੰਧਰਾਂ ਤੇ ਚਲੇ ਜਾਓ, ਖਾਲੀਪਨ ਲੋ ਵੇਖੋ, ਜਿੱਥੇ ਕੋਈ ਨਾ ਵੇਖ ਰਿਹਾ ਹੋਵੇ ਉੱਥੇ ਭਗਤੀ ਕਰੋ। ਗੁਰੂ ਨਾਨਕ ਕਹਿੰਦੇ ਨਹੀਂ, ਜੇ ਭਗਤੀ ਕਰਨੀ ਹੈ ਤੇ ਸੰਗਤ ਵਿੱਚ ਆ ਕੇ ਕਰੋ। ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਨਾਲ ਪੜਿਆ ਕਰੋ ਜਿਹਨੂੰ ਬਾਣੀ ਕੰਠ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਧਿਆਨ ਨਾਲ ਸੁਣ ਰਹੇ ਹੋ।
ਹੁਣ ਵੇਖ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਲੱਖਾਂ ਕਰੋੜਾਂ ਵੇਖ ਰਹੇ ਹੋਣਗੇ, ਸਾਰੇ ਮੁਕਤ ਹੋ ਗਏ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਟੀਚਰ ਨੂੰ ਵੇਖ ਕੇ ਕੋਈ ਬੰਦਾ ਪਾਸ ਹੋ ਜਾਏ ਤੇ ਫਿਰ ਸਾਰੇ ਵੇਖ ਕੇ ਹੀ ਆ ਜਾਣ ਕਰਨ ਰੋਜ਼। ਨਹੀਂ, ਬੈਠ ਕੇ ਟੀਚਰ ਦਾ ਗਿਆਨ, ਵਿਵੇਕ, ਨੌਲੇਜ ਉਹਦੇ ਕੋਲੋਂ ਲਾਂਗੇ, ਆਪਣੇ ਹਿਰਦੇ ਵਿੱਚ ਵਸਾਵਾਂਗੇ, ਜੀਵਨ ਵਿੱਚ ਢਾਲਾਂਗੇ, ਫਿਰ ਜਾ ਕੇ ਪਾਸ ਹੋਵਾਂਗੇ। ਇਹੀ ਲਾਗੂ ਨਿਯਮ ਗੁਰੂ ਦੇ ਨਾਲ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਨੂੰ 4 ਉਦਾਸੀਆਂ ਵਿੱਚ ਕਿੰਨੇ ਹੀ ਬੰਦੇ ਸਰੀਰ ਮਿਲੇ ਹੋਣਗੇ, ਸਾਰੇ ਮੁਕਤ ਨਹੀਂ ਹੋਏ। ਮੁਕਤ ਉਹੀ ਹੋਇਆ ਹੈ ਜਿਨੇ ਗੁਰੂ ਦੇ ਵਿਚਾਰ ਸੁਣੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹ ਕਦੋਂ? ਜਦੋਂ ਵਿਚਾਰ ਸੁਣੇ। ਵਿਚਾਰ ਸੁਣ ਕੇ ਵਿਚਾਰ ਬਦਲੇ ਜਾਣੇ ਜੇ। ਮਾਰੇ ਗਏ ਨਾ ਜਦ ਸੱਜਣ ਠੱਗ ਵੱਲ, ਅਸੀਂ ਕਹਿੰਦੇ ਹਾਂ ਠੱਗ ਨਾ, ਪਰ ਉਹ ਤੇ ਭਾਈ ਸੱਜਣ ਸੀ। ਮੈਂ ਤੇ ਕਈ ਵਾਰੀ ਸੋਚਣਾ ਉਹਦੇ ਵਿੱਚ ਤੇ ਇੱਕ ਔਗਣ ਸੀ। ਮੈਂ ਆਪਣੇ ਹਿਰਦੇ ਵਿੱਚ ਵੇਖਣਾ ਤੇ ਮੇਰੇ ਤੇ ਕਈ ਔਗਣ ਨੇ। ਸਾਨੂੰ ਮਹਾਂਪੁਰਖ ਕਹਿੰਦੇ ਸਨ, ਭਾਈ ਉਹਨਾਂ ਦੀ ਲੈਣ ਵਿੱਚ ਹੀ ਲੱਗ ਜਾ, ਜੇ ਕਿਤੇ ਸੱਜਣ ਬਖਸ਼ਿਆ ਗਿਆ ਤੇ ਤੂੰ ਵੀ ਬਖਸ਼ਿਆ ਜਾਏਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਕੰਮ ਕੀ ਸੀ ਉਹਦਾ? ਆਏਗੇ ਦੀ ਸੇਵਾ, ਸਰਾਂ ਬਣਾ ਰੱਖੀ ਸੀ ਸੇਵਾ ਕਰਨੀ। ਵੇਖ ਕੇ ਫਿਰ 2 ਦਿਨ ਰਹਿਣਾ ਉਸਨੇ, ਫਿਰ ਉਹਦੇ ਕੋਲ ਮਾਲ ਮੱਤਾ ਹੋਣਾ, ਲੁੱਟ ਲੈਣਾ ਤੇ ਕਦੀ ਮਾਰ ਵੀ ਦੇਣਾ। ਇਤਿਹਾਸ ਹੈ, ਮੈਂ ਟੂਕ ਮਾਤਰ ਲੈ ਰਿਹਾ। ਗੁਰੂ ਨਾਨਕ ਪਾਤਸ਼ਾਹ ਜਦ ਤਾਰਨ ਵਾਸਤੇ ਗਏ ਤੇ ਸੱਜਣ ਦੀ ਉਸ ਸਰਾਂ ਤੇ ਗਏ। ਮਹਾਰਾਜ ਜਾਣਦੇ ਸਨ। ਜਦ ਬੈਠੇ ਅੰਦਰ ਗਏ ਤੇ ਵੇਖਿਆ ਸਰੀਰ ਨੂੰ, ਮਹਾਰਾਜ ਦੇ ਨੂੰ ਜਲਾਲ ਵੇਖਿਆ ਚਿਹਰੇ ਦਾ, ਹੱਥ ਮਹਾਰਾਜ ਦੇ ਕਰ ਵੇਖੇ, ਨਾਲ ਮਰਦਾਨਾ। ਮਨ ਵਿੱਚ ਖਟਕਾ ਹੋ ਗਿਆ ਕਿ ਇਹ ਕੋਈ ਵੱਡਾ ਹੀ ਫਕੀਰ ਲੱਗਦਾ ਹੈ, ਮਾਲ ਮੱਤਾ ਵੀ ਇਸ ਕੋਲ ਜ਼ਿਆਦਾ ਹੀ ਹੋਏਗਾ। ਮੈਂ ਪਹਿਲਾਂ ਗੱਲ ਕਰ ਰਿਹਾ ਕਿ ਸਾਡਾ ਜਿਹੜਾ ਕਨਸੈਪਟ ਹੈ ਨਾ ਦਰਸ਼ਨ ਦਾ ਹੈ। ਸੇਵਾ ਕੀਤੀ, 2 ਦਿਨ ਲੱਗ ਗਏ। ਹੁਣ ਦੇਖਦੇ ਗੁਰੂ ਨਾਨਕ ਨੂੰ 2 ਦਿਨ ਤੋਂ ਰਿਹਾ, ਬਦਲਾਵ ਨਹੀਂ ਆਇਆ। ਜਦ ਤੀਜੀ ਰਾਤ ਪਈ ਨਾ, ਲੰਗਰ ਤਿਆਰ ਕੀਤਾ ਤੇ ਵਿੱਚ ਜ਼ਹਿਰ ਪਾਇਆ। ਜੋ ਇਤਿਹਾਸ ਹੈ, ਵੱਖ ਵੱਖ ਇਤਿਹਾਸਕਾਰਾਂ ਨੇ ਵੱਖਰੀ ਵੱਖਰੀ ਲੱਸੀ ਲੈ ਕੇ ਆਇਆ, ਜੋ ਵੀ ਹੈ। ਮਹਾਰਾਜ ਜਾਂਦੇ ਸਨ। ਗੁਰਬਾਣੀ ਦੀ ਪੰਕਤੀ ਆਂਦੀ ਹੈ, ਉਗੜ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫੇ ਆਇਆ, ਅੰਤਰਜਾਮੀ ਸਭ ਕਿਛ ਜਾਣੇ, ਉਸ ਤੇ ਕਹਾਂ ਛਪਾਇਆ। ਖੋਟਾ ਢਬੂਆ ਹੁੰਦਾ ਨਾ ਜਿਹੜਾ, ਦੁਨੀਆ ਦੇ ਵਿੱਚ ਤੁਸੀਂ ਭਾਵੇਂ ਖੋਟੇ ਸਿੱਕੇ ਨੂੰ ਜਿੰਨੀ ਮਰਜ਼ੀ ਮੁੱਲ ਪਵਾ ਲਓ, ਪੈ ਸਕਦਾ ਹੈ, ਪਰ ਜਦੋਂ ਸਰਾਫ ਦੇ ਹੱਥੇ ਚੜ੍ਹਦਾ ਹੈ ਨਾ, ਉਹ ਮੁੱਲ ਦੱਸਦਾ ਹੈ ਕਿ ਕੀ ਇਸ ਨਦਰ ਸਰਾਫੇ ਆਇਆ, ਉਬੜ ਗਿਆ ਜੈਸੇ ਖੋਟਾ ਢਬੂਆ। ਉਦੋਂ ਪਤਾ ਲੱਗਦਾ ਹੈ, ਫਿਰ ਸਰਾਫ ਉਹਦੀ ਕੀਮਤ ਪਾਉਂਦਾ ਹੈ, ਭਾਈ ਇਹ ਤੇ ਖੋਟਾ ਹੀ, ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਸਾਡੀ ਹਾਲਤ, ਮੈਂ ਤਾਂ ਕਹਿ ਰਿਹਾ, ਮੈਂ ਆਪਣੇ ਮਨ ਦੀ ਪੱਤਰੀ ਵਾਚਾਂ, ਤੁਸੀਂ ਆਪਣੇ ਮਨ ਨੂੰ ਦੇਖੋ, ਮੈਂ ਕਿਸੇ ਵੱਲ ਇਸ਼ਾਰਾ ਨਹੀਂ। ਵਿਚਾਰ ਸੁਣ ਕੇ ਵਿਚਾਰ ਬਦਲੇ ਜਾਣੇ ਜੇ। ਨਹੀਂ ਬਦਲੇ ਸੱਜਣ ਦੇ, ਮਾਰੇ 2 ਦਿਨ ਰਹੇ ਵੀ, ਪਰ ਜਦ ਲੈ ਕੇ ਆਇਆ ਉਸ ਮਨਸ਼ਾ ਨਾਲ ਕਿ ਇਸ ਫਕੀਰ ਕੋਲ ਕੁਝ ਮਾਲ ਮੱਤਾ ਜ਼ਿਆਦਾ ਹੈ ਤੇ ਮੈਂ ਇਹ ਪੀਣ ਲੰਗਰ ਛਕਣਗੇ ਤੇ ਇਹਨਾਂ ਦੀ ਮੌਤ ਹੋਏਗੀ ਤੇ ਮੈਂ ਲੁੱਟ ਲਵਾਂਗਾ। ਐਸੇ ਵੀ ਨੇ, ਨਹੀਂ ਗੁਰੂ ਘਰਾਂ ਦੇ ਵਿੱਚ ਵੀ ਆ ਕੇ ਚੋਰੀ ਕਰ ਜਾਂਦੇ ਜੇ, ਮੈਨੂੰ ਖਿਮਾ ਕਰ ਦੇਣਾ। ਐਸੇ ਵੀ ਨੇ ਜਿਹੜੇ ਲੰਗਰ ਵੀ ਲਾਉਂਦੇ ਨੇ, ਸਭ ਤਰ੍ਹਾਂ ਦੇ ਨੇ। ਤੇ ਮਹਾਰਾਜ ਨੇ ਪੁੱਛਿਆ, ਹੁਣ ਵਿਚਾਰ ਹੋਈ। ਦੇਖੋ ਪਹਿਲਾਂ ਵੇਖ ਰਹੇ ਸੀ 2 ਦਿਨ ਤੋਂ, ਹੁਣ ਬੈਠਿਆ ਸਾਹਮਣੇ,
महाराज ने कहा तेरा नाम की है? हुण विचार सुनी ना, कहंदा जी सज्जन। महाराज कहंदे ने नाम सज्जन ही ते काम भी सज्जन वाले करया कर। कपाट खुल गए, पता लग गया अंदर दा। बाबे नूं किवें पता लग गया? तो गुरु ते जानदा है, जाने बिरथा सभा मन की, होर किस पे आख सुनाइए। वो ते साडे मन दियां वासनावां भैड़े विकारां नूं भी जानदा जे, जिहड़े असीं कमाए भी नहीं हले, पर अंदर साडे चल रहे ने जिहड़े भैड़े विकार गुप्त रूप विच। तां ही अक्सर असीं स्टेजां ते बैठ के भी बेनती करी दी है भैणां वास्ते, खास तौर ते मैनूं खिमा कर देना कि लिबास सही पाया करो। तुसी लिबास भैड़ा पाओगे ना, सामने वाले दे वेख के गुप्त रूप विच विकार चलणगे, उहदे भागीदार तुसी भी बनोगे। धन ने वो बीबियां जिन्हां ने दस्तारां भी सजाइयां ने, अपना रूप गुरु आश्रय अनुसार रखा है। प्यार नाल आखो सतनाम श्री। आवाज़ घट आ रही है, मैनूं जदों कहोगे मैं समाप्ति कर दांगा, मैनूं कोई नहीं है, पर तुहाडा कथा तुसी करानी है मेरे को। प्यार नाल आखो सतनाम श्री। मैनूं ही पता लगता है कि तुहानूं कोई गल समझ आ रही है, बई जो मैं मूड़ा बोल रहा। कहने काम सज्जन वालिया करया कर। रो पिया उज्जल के हा। महाराज ने बचन ने उत्ते गुरु ग्रंथ साहिब दे बोल ने, आप जी नूं कंठ होणगे। उज्जल के हा चिलकना घोटम कालड़ी मस, धोतियां झूठ ना उतरे जे सो धोवां तिस, सज्जन सेई नाल मैं चलदियां नाल चलन, जिथे लेखा मंगीए तिथे खड़े दिसन। महाराज कहंदे ने के दा भांडा हुंदा ना, बजुर्ग बैठे ने उन्होंने पता अजकल तो स्टील का ही चल रहा है या क्रॉकरी मैला माइन जो भी है। पहला के दे भांडे हुंदे सन। वो की हुंदा सी कि जिन्ने मर्जी उन्होंने धो लो, वो कह दे भांडे दे अंदरों जिहड़ी कालक है ना वो नहीं जाती। महाराज ने उदाहरण दिता, क्योंकि गुरबाणी ना उदाहरण दे के समझाया, या तो पशु पक्षियों की या वनस्पति की एग्जाम्पल दे के सानू समझाया है। मच्छी का उदाहरण, हाथी का उदाहरण, कुत्ते का उदाहरण, बबीहे का उदाहरण, बड़े उदाहरण तुहानू मिलणगे कि वो भांडा वो वजह देखण नू लिशकना है, पर अंदर ते नीरी कालक है। साडी ते वो हालत नहीं है। मैं तां ही कहा, मैं साखी सुना के टुर जावां, तुसीं सुन के चले। हुण विचार हो रहे हैं, उन्होंने विचार सुने गुरु नानक दे, विचार बदल गए। ध्यान देना, मुझे गल याद आ गई है। कुम्हार एक बारी ना भांडे बना रहा सी। भांडे बनाते सी मिट्टी दे, ते चिलम बनाता। चिलम समझते हो जिहड़ी हुक्के ते लगदी उपर, बड़े सालों तो बना रहा सी। घर वाली कहती है गर्मी आ रही है, इस बारी तुसी ना सुराही बनाओ, कड़ा बनाओ। चिलम ते बहुत बनाई है तुसी। वो सियाणी सी घर वाली, कहता है भागवन ने मैं तो इन्ने साल हो गए ने, मैं तो चिलम तो इलावा कुछ बनाया ही नहीं है। उन्हें कहा इस वारी सीजन है, तुसी यही बनाओ। जदों सुराही बना रहा सी, बड़ियां सुराहियां बनियां। एक सुराही बोल पई बनन तो बाद कुमार नूं की कहंदी है, कुमार इन्ने समय तू बनाई नहीं, अज तू सुराही बना दी है मेरी, मैं तेरा धन्नवाद कर रही हाँ। ये सुराही बोल रही है। वो कुमार कहता तू मेरा क्यों धन्नवाद, मैं की कीता है? कहते ने मैं सारी उम्र तू मेरी मिट्टी मनु तू चिलम बनाती रही है, तो मैं धन्नवाद तां कीता, तू सुराही बना रही है, बनाया है मेरे वास्ते। सारी उम्र मैं आप सड़दी सी,
ਜਿਹੜਾ ਵੀ ਇਸ ਚਿਲਮ ਨੂੰ ਹੁੱਕਾ ਪੀਂਦਾ ਸੀ ਉਹ ਵੀ ਸੜਦਾ ਸੀ। ਹੁਣ ਇਹਦੇ ਵਿੱਚ ਪਾਣੀ ਪਾਣਗੇ, ਉਹ ਮੈਂ ਵੀ ਠੰਡੀ ਰਹਾਂਗੀ, ਜਿਹੜਾ ਪੀਏਗਾ ਉਹ ਵੀ ਠੰਡਾ ਰਹੇਗਾ। ਕਿੰਨੀ ਵੱਡੀ ਗੱਲ ਹੈ। ਉਹ ਕੁਮਾਰ ਕਹਿੰਦਾ ਇਹ ਤੇ ਮੈਂ ਸੋਚਿਆ ਹੀ ਨਹੀਂ। ਤੇ ਉਹ ਸੁਰਾਈ ਕਹਿੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਯਾਦ ਆਇਆ? ਕਹਿੰਦਾ ਮੇਰੇ ਘਰ ਵਾਲੀ ਨੇ ਕਿਹਾ ਤੇ ਮੈਂ ਵਿਚਾਰ ਬਦਲ ਦਿੱਤਾ। ਸੁਰਾਈ ਪਤਾ ਕੀ ਕਹਿੰਦੀ ਹੈ? ਬੜੇ ਕੀਮਤੀ ਬੋਲ। ਕਹਿੰਦੇ ਤੁਹਾਡੇ ਤੇ ਵਿਚਾਰ ਬਦਲੇ, ਮੇਰਾ ਜੀਵਨ ਹੀ ਬਦਲ ਗਿਆ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਵਿਚਾਰ ਸੁਣ ਕੇ ਵਿਚਾਰ ਬਦਲੇ ਨੇ। ਆਪਣੇ ਜੀਵਨ ਨੂੰ ਜੇ ਤੁਸੀਂ ਗੁਰੂ ਦੇ ਟਰੈਕ ਤੇ ਲਿਆਣਾ ਹੈ ਨਾ, ਤੇ ਗੁਰੂ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਕਹਿਣਾ, ਫਿਰ ਉਹਦੇ ਵਿੱਚ ਕਿੰਤੂ ਪਰੰਤੂ ਨਹੀਂ ਕਿ ਮੇਰੀ ਮਰਜ਼ੀ ਹੈ ਮੈਂ ਐਵੇਂ ਕਰਾਂਗਾ। ਅੱਜ ਸਾਡੀ ਹਾਲਤ ਹੀ ਹੈ ਜੀ, ਗੁਰਦੁਆਰੇ ਮੇਰੇ ਅਕੋਰਡਿੰਗ ਚੱਲਣ ਨਹੀਂ। ਇੱਥੇ ਆਓ ਜ਼ੀਰੋ ਬਣ ਕੇ। ਜਿਹੜਾ ਵੀ ਕੋਈ ਅਹੁਦਾ ਹੈ, ਮਾਇਆ ਦਾ ਅਹੁਦਾ ਹੈ, ਕੋਈ ਪੋਸਟ ਦਾ ਅਹੁਦਾ ਹੈ, ਸਾਨੂੰ ਜਿਨ੍ਹਾਂ ਕੋਲ ਅਸੀਂ ਸੰਥਿਆ ਲੈਂਦੇ ਸਨ ਉਹ ਕਹਿੰਦੇ ਸਨ ਇਹ ਨਾ ਜੋੜੇ ਘਰ ਦੇ ਬਾਹਰ ਹੀ ਲਾ ਦਿਆ ਕਰੋ। ਜ਼ੀਰੋ ਬਣੋਗੇ ਤੇ ਇੱਕ ਦੇ ਕੋਲ ਆਓਗੇ, ਇੱਕ ਦੇ ਪਿੱਛੇ ਲੱਗ ਜਾਓਗੇ, ਤੁਹਾਡਾ ਮੁੱਲ ਪੈ ਜਾਏਗਾ। ਜ਼ੀਰੋ ਦੀ, ਸਿਫਰ ਦੀ ਕੋਈ ਵੈਲਿਊ ਨਹੀਂ ਜੇ। ਜਦੋਂ ਹਿੰਸਾ ਇੱਕ ਲੱਗਦਾ ਨਾ, ਫਿਰ ਉਹੀ ਜ਼ੀਰੋ 10 ਵੀ ਹੋ ਜਾਂਦੀ ਹੈ, 100 ਵੀ ਹੋ ਜਾਂਦੀ ਹੈ, 1000 ਵੀ ਹੋ ਜਾਂਦੀ ਹੈ, ਅਸੰਖ ਵੀ ਹੋ ਜਾਂਦੀ ਹੈ। ਤੋ ਦਰਸ਼ਨ ਪਿਆਸ ਬਹੁਤ ਮਨ ਮੇਰੇ, ਨਾਨਕ ਦਰਸ ਨਿਹਾਲ। ਅਸੀਂ ਬਹੁਤ ਹੱਦ ਤੱਕ ਇਹ ਸਮਝ ਗਏ ਹਾਂ ਕਿ ਗੁਰੂ ਦੇ ਦਰਸ਼ਨ ਬੈਠ ਕੇ ਗੁਰੂ ਦੀ ਬਾਣੀ ਨੂੰ ਸੁਣਾਂਗੇ, ਵਿਚਾਰ ਸੁਣਾਂਗੇ ਤੇ ਤਾਂ ਦਰਸ਼ਨ ਨੇ। ਘਰ ਜਾ ਕੇ ਐਵੇਂ ਨਾ ਕਹਿ ਦੇਣਾ ਮੈਂ ਬਸ ਆਇਆ ਦਰਸ਼ਨ ਕੀਤੇ ਤੇ ਚੱਲ। ਕਈ ਮੇਰੀਆਂ ਭੈਣਾਂ ਅੰਧ ਵਿਸ਼ਵਾਸ ਵਿੱਚ ਮੈਨੂੰ ਕਹਿਣ ਦੇਣਾ, ਉਹ ਮਹਾਰਾਜ ਦੇ 4 ਪੀੜੇ ਹੁੰਦੇ ਨਾ ਪਾਵੇ, ਉਹਨਾਂ ਨੂੰ ਕੁੱਟਣ ਲੱਗ ਪੈਂਦੇ ਨੇ। ਕਈ ਕਹਿੰਦੀਆਂ ਨੇ, ਕਈ ਜਗ੍ਹਾ ਤੇ ਅਸੀਂ ਬੈਠੇ ਸਨ ਤਾਂ ਵੀ ਇੱਕ ਮਾਈ ਆਈ, ਕਹਿੰਦੀ ਹੈ ਜੀ ਰੁਮਾਲਾ ਸਾਹਿਬ ਉੱਪਰ ਕਰੋ, ਮੈਂ ਦਰਸ਼ਨ ਕਰਨੇ ਨੇ। ਹੱਦ ਹੋ ਗਈ। ਚਲੋ ਪਾ ਵੀ ਅਗਰ 2 ਨੇ 4 ਨੇ ਤੇ ਬੰਦੇ ਦੇ 2 ਪਾਉ ਹੁੰਦੇ ਨੇ। ਸੋਚ ਕਿੱਥੇ ਵੇ? ਗੁਰੂ ਦੇ ਕਨਸੈਪਟ ਨੂੰ ਸਮਝ ਹੀ ਨਹੀਂ ਪਾਏ ਅਸੀਂ। ਗੁਰੂ ਦੇ ਸ਼ਬਦ ਹੈ। ਤੋ ਅਸੀਂ ਇੱਕ ਕਨਸੈਪਟ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਜੀਵਨ ਦੇ ਵਿੱਚ ਆਪਣੇ ਵਿਚਾਰ ਬਦਲਨੇ ਨੇ ਤੇ ਗੁਰੂ ਦੇ ਵਿਚਾਰ ਸਾਨੂੰ ਸਰਵਣ ਕਰਨੇ ਪੈਣਗੇ। ਮੈਂ ਬੜਾ ਸੌਖਾ ਤਾਂ ਸਮਝ ਰਿਹਾ ਕਿ ਸਾਨੂੰ ਸਮਝ ਆ ਜਾਏ। ਤੋ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਸੰਸਾਰ ਵਿੱਚ ਹੋਇਆ। ਚਾਰੋਂ ਤਰਫ ਭਰਮ, ਵਹਿਮ, ਕਰਮ ਕਾਂਡ, ਪਖੰਡ ਦਾ ਜ਼ੋਰ ਸੀ। ਆਪਣੇ ਧਰਮ ਨੂੰ ਪਿੱਛੇ ਰੱਖ ਕੇ ਮਾਇਆ ਦੀ ਖਾਤਰ ਲੋਕਾਂ ਨੂੰ ਭਰਮਾਂ ਵਿੱਚ ਪਾਇਆ ਹੋਇਆ ਸੀ। ਬੜੀ ਸੌਖੀ ਗੱਲ ਹੈ ਕਿ ਆਪਣੀ ਦੁਕਾਨ ਚੱਲਣੀ ਚਾਹੀਦੀ ਹੈ। ਕਾਦੀ ਕੂੜ ਬੋਲ ਮਲ ਖਾਏ। ਕਾਦੀ ਦਾ ਧਰਮ ਸੀ ਕਿ ਅੱਛੀ ਗੱਲ ਫਤਵੇ ਦੇਣੇ, ਪਰ ਉਹ ਆਪ ਹੀ ਝੂਠ ਬੋਲਣ ਲੱਗ ਪਿਆ। ਚਾਰ ਸਾਹਿਬਜ਼ਾਦੇ, ਛੋਟਿਆਂ ਦੇ 2 ਸਾਹਿਬਜ਼ਾਦੇ, ਕਿਹੜਾ ਕਾਜੀ ਫਤਵਾ ਜਾਰੀ ਕਰੇਗਾ ਕਿ ਬੇਕਸੂਰਾਂ ਨੂੰ ਫਾਂਸੀ ਦਿੱਤੀ ਜਾਵੇ, ਨੀਹਾਂ ਵਿੱਚ, ਵਾਹਿਗੁਰੂ ਨੀਹਾਂ ਵਿੱਚ ਚਰਾਇਆ ਜਾਏ। ਕੋਲਾ ਇਹ ਕਾਦੀ ਕੂੜ ਬੋਲ ਮਲ ਖਾਏ। ਬਾਹਮਣ ਨਹਾਵੇ
ਜੀਆਂ ਕਾ ਹੈ। ਉਹ ਜੀਆਂ ਦੀ ਘਾਤ ਕਰੀ ਜਾ ਰਿਹਾ ਹੈ ਤੇ ਇਸ਼ਨਾਨ ਕਰਕੇ ਸਮਝਦਾ ਹੈ ਪਾਪ ਕਰੇ ਪੰਚਾਂ ਕੇ ਬਸ ਉਹ ਇਸ ਚੱਕਰ ਵਿੱਚ ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਲੋਕ ਜਿਨ੍ਹਾਂ ਨੂੰ ਸਮਝ ਆ ਗਈ ਉਹ ਇੱਥੋਂ ਪਹਾੜਾਂ ਤੇ ਅਲੱਗ ਚਲੇ ਗਏ, ਬਾਕੀਆਂ ਨੇ ਆਪ ਹੀ ਅੰਨੇ ਹੋਏ ਪਏ ਨੇ। ਮਿਲਾਪ ਕੀ ਕਰਾਉਣਾ ਸੀ, ਉਹ ਆਪ ਹੀ ਕੁਰਾਏ ਪਾਈ ਜਾ ਰਹੇ ਨੇ। ਤੀਨੇ ਉਜਾੜੇ ਕਾ ਬੰਦ। ਇਹ ਤਿੰਨੋਂ ਧਰਮ ਦੇ ਆਗੂ ਜਦ ਆਗੂ ਹੀ ਮਾੜੇ ਹੋ ਜਾਣ, ਹੁਣ ਇੱਥੇ ਜੇ ਪ੍ਰਬੰਧਕ ਕਮੇਟੀ ਕਿਸੇ ਹੋਰ ਦੀ ਹੈ, ਜੇ ਅਸੀਂ ਆਪ ਹੀ ਕਰਪਟ ਹੋ ਜਾਈਏ ਤੇ ਫਿਰ ਦੱਸੋ ਅੱਗੇ ਕੀ ਬਣੇਗਾ। ਬਾਬਾ ਜੀ ਗਏ ਨਾ ਜਿੱਥੇ ਤੁਸੀਂ ਪੂਰੀ ਜਾਂਦੇ ਹੋ ਦਰਸ਼ਨ ਕਰਨ, ਜਿਹੜੇ ਗਏ ਨੇ ਉੱਥੇ ਪੰਡਤ ਜੀ ਕੁਝ ਇਸ ਤਰ੍ਹਾਂ ਦਾ ਹੀ ਕਰ ਰਹੇ ਸਨ। ਅੱਗੇ ਕਟੋਰਾ ਰੱਖ ਲਿਆ, ਅੱਖਾਂ ਬੰਦ ਕਰਕੇ ਤੇ ਇੱਕ ਕੋਈ ਪਦਮ ਆਸਨ ਹੁੰਦਾ ਹੈ, ਲੱਤ ਦੇ ਵਿੱਚ ਲੱਤ ਫਸਾ ਕੇ ਤੇ ਮਹਾਰਾਜ ਨੇ ਜ਼ਿਕਰ ਵੀ ਕੀਤਾ ਆਂਟ ਸੇਤੀ ਨਾਕ ਪਕੜੇ। ਆਂਟ ਹੁੰਦੀ ਹੈ ਅੰਗੂਠਾ, ਇਸ ਤਰ੍ਹਾਂ ਨੱਕ ਫੜ ਕੇ ਸੂਝ ਤੇ ਤੀਨ ਲੋ। ਅੱਖਾਂ ਬੰਦ ਕਰਕੇ ਨਾ ਤੇ ਸੰਗਤ ਬੈਠੀ ਸੀ ਤੇ ਤਿੰਨਾਂ ਭਵਨਾਂ ਦੀਆਂ ਗੱਲਾਂ ਕਰ ਰਹੇ ਕਿ ਮੈਨੂੰ ਗਿਆਨ ਹੈ ਤਿੰਨ ਭਵਨਾਂ ਦਾ। ਵਿਚਾਰਾਂ ਬੜੀਆਂ ਉੱਚੀਆਂ ਕਰ ਰਹੇ। ਗੁਰੂ ਨਾਨਕ ਪਾਤਸ਼ਾਹ ਜਦ ਮੁਬਾਰਕ ਚਰਨ ਉਸ ਧਰਤੀ ਤੇ ਪਏ, ਮਰਦਾਨਾ ਸੀ ਮਹਾਰਾਜ ਇਹ ਕੀ ਹੋ ਰਿਹਾ ਹੈ। ਇਹ ਪੰਡਤ ਜੀ ਕੋਈ ਉੱਚੀ ਅਵਸਥਾ ਦੇ ਮਾਲਕ ਲੱਗ ਰਹੇ ਨੇ, ਤਿੰਨ ਭਵਨਾਂ ਦੀ ਗੱਲ ਕਰ ਰਹੇ ਨੇ, ਗਿਆਨ ਦੇ ਰਹੇ ਨੇ। ਮਹਾਰਾਜ ਮੁਸਕਰਾ ਪਏ। ਮਹਾਰਾਜ ਨੂੰ ਤਾਂ ਪਤਾ ਸੀ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਜਿਹੜਾ ਇਹਦਾ ਅੱਗੇ ਕਟੋਰਾ ਪਿਆ ਨਾ, ਇਹ ਚੁੱਕ ਕੇ ਇਹਨਾਂ ਪਿੱਛੇ ਰੱਖ ਦੇ। ਉਹਦੀਆਂ ਅੱਖਾਂ ਬੰਦ ਨੇ, ਚੁੱਕ ਕੇ ਰੱਖ ਦਿੱਤੀਆਂ। ਹੁਣ ਜਿਹੜੀ ਆਵਾਜ਼ ਆ ਰਹੀ ਸੀ ਮਾਇਆ ਦੀ ਟਕ ਟਕ ਦੀ, ਇਹ ਸਾਡੇ ਵਾਸਤੇ ਵੀ ਜੇ ਮੈਂ ਕਥਾ ਕਰ ਰਿਹਾ ਮੇਰਾ ਧਿਆਨ ਮਾਇਆ ਵਿੱਚ ਹੈ ਜਾਂ ਕੀਰਤਨੀਆਂ ਕੋਈ ਵੀ ਹੈ, ਇੱਥੇ ਪੰਡਤ ਜੀ ਦੀ ਗੱਲ ਨਹੀਂ ਜੇ, ਮੈਂ ਪਹਿਲਾਂ ਕਿਹਾ ਵੇ ਠੀਕ ਹੈ ਮਾਇਆ ਜ਼ਰੂਰੀ ਹੈ, ਪਰ ਜੇ ਮਾਇਆ ਵੱਲ ਧਿਆਨ ਰੱਖ ਕੇ ਕਥਾ ਕੀਰਤਨ ਕਰ ਰਹੇ ਹਾਂ ਤੇ ਉਹ ਵੀ ਨਹੀਂ ਪ੍ਰਵਾਨ। ਮੈਨੂੰ ਖਿਮਾ ਕਰ ਦੇਣਾ। ਥੋੜੀ ਦੇਰ ਆਵਾਜ਼ ਨਹੀਂ ਆਈ ਤੇ ਅੱਖਾਂ ਖੁੱਲੀਆਂ। ਕਹਿੰਦਾ ਜੀ ਮੇਰਾ ਲੋਟਾ ਕਿੱਥੇ। ਮਹਾਰਾਜ ਕੋਲ ਬੈਠ ਗਏ। ਕਹਿੰਦੇ ਪੰਡਤ ਜੀ ਹੁਣੇ ਤੇ ਤਿੰਨ ਲੋਕਾਂ ਦੀ ਗੱਲ ਕਰ ਰਹੇ ਸਨ ਤੇ ਤੁਹਾਨੂੰ ਕੋਲ ਪਿਆ ਲੋਟਾ ਨਜ਼ਰ ਨਹੀਂ ਆ ਰਿਹਾ। ਦਾ ਢੰਗ ਸੀ, ਨਵੇਕਲਾ ਢੰਗ ਸੀ। ਮਹਾਰਾਜ ਦੇ ਨਾ ਕਿਸੇ ਨੂੰ ਕਦੀ ਸਵਾਲ ਨਹੀਂ ਕੀਤਾ। ਮਹਾਰਾਜ ਇਸ ਤਰ੍ਹਾਂ ਦਾ ਸਾਹਮਣੇ ਆਉਂਦੇ ਸਨ ਕਿ ਅਗਲਾ ਸਵਾਲ ਕਰਨ ਜੋਗਾ ਹੁੰਦਾ ਸੀ। ਹਰਿਦੁਆਰ ਗਏ, ਉਹ ਪਾਣੀ ਦੇ ਰਹੇ ਸਨ ਸੂਰਜ ਨੂੰ, ਤੇ ਮਹਾਰਾਜ ਨੇ ਇਹ ਨਹੀਂ ਕਿਹਾ ਤੁਸੀਂ ਗਲਤ ਕਰ ਰਹੇ ਹੋ। ਮਹਾਰਾਜ ਪੁੱਠੇ ਹੋ ਕੇ ਆਪਣੇ ਕਰਤਾਰਪੁਰ ਖੇਤਾਂ ਨੂੰ ਪਾਣੀ ਦੇਣ ਲੱਗ ਪਏ। ਸਵਾਲ ਆਪੇ ਹੀ ਬਣ ਗਿਆ ਕੀ ਹੈ ਤੁਸੀਂ ਕਿਹੜੀ ਪੁੱਠੀ ਰੀਤ ਚਲਾ ਰਹੇ ਹੋ ਜੀ। ਮਹਾਰਾਜ ਕਹਿੰਦੇ ਤੁਸੀਂ ਕੀ ਕਰ ਰਹੇ ਹੋ। ਹੁਣ ਆ ਗਿਆ ਸਵਾਲ ਸਾਹਮਣੇ। ਹੁਣ ਵਿਚਾਰ ਹੋਏ। ਪਹਿਲਾਂ ਪੰਡਤ ਜੀ ਨਹੀਂ ਸਮਝ ਪਾਏ। ਕਹਿੰਦੇ ਜੀ ਸੂਰਜ ਨੂੰ ਪਾਣੀ ਦੇ ਰਹੇ ਆ। ਤੇ ਮਹਾਰਾਜ ਕਹਿੰਦੇ ਮੈਂ ਤੇ ਆਪਣੇ ਜਲਦੀ 'ਚ ਆਇਆ, ਕਰਤਾਰਪੁਰ ਖੇਤ ਸੀ ਤੇ ਪਾਣੀ ਦੇਣਾ ਭੁੱਲ ਗਿਆ। ਮੈਂ ਕਿਹਾ ਚਲੋ ਯਾਦ ਆਇਆ ਪਾਣੀ ਦੇ ਦੇਣਾ। ਉਹ ਇੰਨੀ ਦੂਰ ਕਿੱਥੇ ਪਾਣੀ ਪਹੁੰਚੇਗਾ। ਕਹਿੰਦੇ ਨੇ ਇੱਥੇ ਚੰਦ ਕਿਲੋਮੀਟਰ ਹੈ ਤੇ ਲੱਖਾਂ ਕਿਲੋਮੀਟਰ ਤੇ ਜਿਹੜਾ ਸੂਰਜ ਹੈ ਉਹਨੂੰ ਕਿਵੇਂ ਪਹੁੰਚੇਗਾ। ਸਮਝ ਆ ਗਈ। ਜਿਹੜੇ ਤੇ ਉਸ ਵੇਲੇ ਸਮਝ ਗਏ ਉਹਨਾਂ ਨੇ ਤੇ ਦੇਣਾ ਹਟ ਗਏ। ਜਿਨ੍ਹਾਂ ਨੂੰ ਸਮਝ ਨਹੀਂ ਆਈ ਉਹ ਅੱਜ ਤੱਕ ਦੇ ਰਹੇ ਨੇ। ਮੈਂ ਤੇ ਕਈ ਸਿੱਖ ਵੀ ਦੇਖਣਾ ਵਾ ਸਵੇਰੇ ਉੱਠ ਕੇ ਲੱਗੇ ਹੁੰਦੇ ਨੇ। ਗੁਰਪੁਰਬ ਮਨਾਉਣ ਦਾ ਭਾਵ ਇਹ ਹੈ ਕਿ ਸਾਡੀਆਂ ਕੁਰੀਤੀਆਂ ਨਿਕਲ ਜਾਣਾ ਹੈ। ਜਿਸ ਤਰ੍ਹਾਂ ਚਾਹ ਪਾਉਂਦੇ ਹੋ ਨਾ ਤੁਸੀਂ, ਘਰ ਗ੍ਰਹਿਣੀਆਂ ਬਣਾਉਂਦੀਆਂ ਨੇ ਮੇਰੀਆਂ ਭੈਣਾਂ ਵੀਰਾਂ ਮਾਤਾਵਾਂ, ਤੇ ਪੱਤੀ ਉੱਥੇ ਰਹਿ ਜਾਂਦੀ ਹੈ, ਚਾਹ ਆ ਜਾਂਦੀ ਹੈ ਨਾ, ਖੋਟ ਸਾਰੀ ਸਾਡੀ ਨਿਕਲ ਜਾਏ। ਤੇ ਕਹਿੰਦਾ ਲੋਟਾ ਮੇਰਾ ਕਿੱਥੇ। ਮਹਾਰਾਜ ਨੇ ਫਿਰ ਇਹੀ ਸ਼ਬਦ ਉੱਥੇ ਉਚਾਰਿਆ, ਆਂਟ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ ਮਗਰ ਪਾਛੇ ਕਛੂ ਨਾ ਸੂਝੇ। ਇਹ ਪਦਮ ਲੋ
ਜਿਹੜਾ ਤੂੰ ਆਸਣ ਲਾ ਕੇ ਬੈਠਾ ਹੈ, ਪਿੱਛੇ ਤੇਰਾ ਕਟੋਰਾ ਪਿਆ, ਤੈਨੂੰ ਉਹ ਨਜ਼ਰ ਨਹੀਂ ਆ ਰਿਹਾ, ਤੂੰ 3 ਲੋਕਾਂ ਦੀ ਕਿੱਥੋਂ ਗੱਲ ਕਰ ਰਿਹਾ ਹੈ। ਇਹ ਗਿਆਨ ਸੀ, ਸਮਝ ਗਿਆ, ਪੈਰੀ ਪੈ ਗਿਆ ਮਹਾਰਾਜ ਦੇ ਚਰਨੇ। ਤੋ ਕਰਤਾਰਪੁਰ ਸਾਹਿਬ ਜਾ ਕੇ ਮਹਾਰਾਜ ਨੇ ਅਖੀਰਲਾ ਸਮਾਂ ਜਿਹੜਾ ਬੱਚਾ ਪੜ੍ਹ ਰਿਹਾ ਸੀ ਨਾ, ਮੈਂ ਕਿਹਾ ਚਲੋ ਇਹਦੇ ਵਿੱਚੋਂ ਹੀ ਕੁਝ ਲੈ ਲਈਏ। ਇਹਨੇ 3 ਸਿਧਾਂਤ ਬੜੇ ਅੱਛੇ ਬੋਲੇ ਨੇ, ਇਹ ਮੈਂ ਗੱਲ ਕਹਿ ਕੇ ਫਿਰ ਸਮਾਪਤੀ ਕਰਾਂਗੇ। ਇਸ ਸਿਧਾਂਤ ਨੂੰ ਅੱਜ ਸਮਝ ਕੇ ਜਾਣਾ ਜੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ। ਅਖੀਰਲਾ ਸਮਾਂ ਮਹਾਰਾਜ ਨੇ ਹੱਥੀਂ ਕਿਰਤ ਕੀਤੀ ਹੈ। ਇਹ ਜਿਹੜਾ ਸਿਧਾਂਤ ਹੈ ਕਰਤਾਰਪੁਰ ਤੋਂ ਹੀ ਮਹਾਰਾਜ ਨੇ, ਇਹ ਉੱਥੋਂ ਹੀ ਮਹਾਰਾਜ ਨੇ ਇਹ ਉਪਦੇਸ਼ ਕੀਤਾ ਸੀ। ਸਾਰੇ ਧਰਮ ਧਿਆਨ ਨਾਲ ਸਰਵਣ ਕਰਨਾ, ਨਾਮ ਜਪਣ ਦੀ ਗੱਲ ਕਰਦੇ ਨੇ, ਅੱਛੀ ਗੱਲ ਹੈ। ਗੁਰੂ ਨਾਨਕ ਵੀ ਨਾਮ ਜਪਣ ਦੀ ਗੱਲ ਕਰ ਰਹੇ ਨੇ, ਪਰ ਨਵੇਕਲਾ ਢੰਗ ਕੀ ਹੈ ਇਹ ਗੱਲ ਵੇਖਦੇ ਹਾਂ। ਨਾਮ ਉਹ ਵੀ ਕਹਿ ਰਹੇ ਨੇ, ਮਹਾਰਾਜ ਵੀ ਕਹਿੰਦੇ ਨੇ, ਇਹ ਅਹੇਰਾ ਕੀਨੋ ਦਾਨ ਨਾਨਕ ਕੇ ਘਰ ਕੇਵਲ ਨਾਮ। ਰੋਜ਼ ਪੜੀਦਾ ਭਾਈ ਪਰਾਪਤ ਮਾਨੁ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਅਵਰ ਕਾਜ, ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ, ਕੇਵਲ ਨਾਮ ਦੀ ਗੱਲ ਹੋ ਰਹੀ ਹੈ। ਪਰ ਮੈਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਪੜ੍ਹਨਾ ਧਿਆਨ ਨਾਲ, ਇੱਥੇ ਮਹਾਰਾਜ ਨੇ ਨਾ ਨਾਮ ਜਪਣ ਦੀ ਗੱਲ ਨਹੀਂ ਕਿ ਦੂਜੇ ਨੰਬਰ ਤੇ ਕਹੀਏ, ਪਹਿਲਾਂ ਕਹੀਏ ਕਿਰਤ ਕਰੋ। ਦੇਖੋ ਕਿੰਨੀ ਵੱਡਾ ਸਿਧਾਂਤ ਵੀ ਵੇਖੋ। ਇਹ ਨਹੀਂ ਮਨਾ ਨਹੀਂ ਕਰ ਰਹੇ ਕਿ ਨਾਮ ਨਹੀਂ ਜਪਣਾ, ਜਪਣਾ ਹੈ, ਕਿਰਤ ਪਹਿਲਾਂ ਕਰਨੀ ਹੈ। ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ। ਕਿਰਤ ਪਹਿਲਾਂ ਕਿਉਂ ਕਹਿ ਦਿੱਤੀ ਹੈ? ਨਾਮ ਜਪਣ ਨੂੰ ਨਹੀਂ ਕਿਹਾ ਪਹਿਲਾਂ। ਅੱਜ ਬਹੁਤ ਮਾਤਾਵਾਂ ਭੈਣਾਂ ਵੀਰ ਕਈ ਵਾਰੀ ਜਿੱਥੇ ਬੈਠਦੇ ਆ ਨਾ, ਇਹ ਗੱਲ ਕਹਿੰਦੇ ਨੇ, ਵੀਰ ਜੀ ਨਾਮ ਜਪਨੇ ਆ ਨਾ ਮਨ ਨਹੀਂ ਜੁੜਦਾ। ਬੜੀ ਵੱਡੀ ਗੱਲ 'ਚ ਸਭ ਦਾ ਹੀ ਸਵਾਲ ਹੈ। ਪਰਿਵਾਰ ਵਿੱਚ ਬੈਠੇ ਆ, ਹੱਸੀ ਮਜ਼ਾਕ ਕਰ ਰਹੇ ਹਾਂ, 3-3 ਘੰਟੇ ਬੀਤ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ। ਫਿਲਮ ਦੇਖਣ ਜਾਓ, ਉਹ ਪਤਾ ਹੀ ਨਹੀਂ ਲੱਗਿਆ ਟਾਈਮ ਦਾ। ਇਹ ਭੈਣਾਂ ਨਾਟਕ ਦੇਖਦੀਆਂ ਨੇ, ਪਲੇ ਦੇਖਦੀਆਂ ਨੇ, ਘੰਟਾ ਪਤਾ ਹੀ ਨਹੀਂ ਲੱਗਦਾ। ਕੋਈ ਬੱਚਾ ਸ਼ੋਰ ਪਾਏ, ਕੀ ਕਰਨਾ, ਚੁੱਪ ਹੋ ਜਾ। ਕਈ ਚੰਡ ਵੀ ਲਗਾ ਦਿੰਦੀਆਂ ਨੇ, ਕਿਉਂਕਿ ਉਹ ਮਾਰੇ ਕਹਿੰਦੇ ਨਾ, ਕੂੜ ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾਰ। ਅੰਦਰ ਕੂੜ ਸੀ, ਬਾਹਰ ਕੂੜ ਚੱਲ ਰਿਹਾ ਸੀ, ਉਹ ਪਿਆਰ ਪੈ ਗਿਆ। ਨਾਮ ਕਿਉਂ ਨਹੀਂ ਜਪਣ ਹੁੰਦਾ? ਅੰਦਰ ਕੂੜੇ ਬਾਹਰ ਸੱਚੇ, ਉਹ ਮੇਲ ਹੀ ਨਹੀਂ ਖਾਂਦਾ। ਨਾਮ ਜਪਣ ਵਕਤ ਸਾਨੂੰ ਔਖਿਆਈ ਕਿਉਂ ਹੁੰਦੀ ਹੈ? ਅੰਦਰ ਕੂੜ ਹੈ। ਤੇ ਕੋਈ ਕੂੜ ਦੀ ਗੱਲ ਹੋ ਰਹੀ ਹੋਵੇ, ਹਟ ਜਾਓ ਬਈ। ਉਹ ਕਹਿੰਦੇ ਨਾ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਕੋਈ ਚੰਗਾ ਕੰਮ ਹੋਏ ਨਾ, ਆਲਸ ਆ ਜਾਂਦਾ, ਬਈ ਤੂੰ ਕਰ ਲੈ, ਚਲੋ ਸੰਗਤ ਹੀ ਚੱਲਦੇ ਆ। ਅੰਮ੍ਰਿਤ ਵੇਲੇ ਕਈਆਂ ਨੂੰ ਕਹਿੰਦੇ ਚਲੋ ਉੱਠ ਕੇ ਗੁਰੂ ਦੇ ਦੁਆਰੇ, ਬੜੀ ਪਿੱਠ ਦਰਦ ਹੋ ਰਹੀ ਹੈ, ਜਾਂ ਕਿਤੇ ਘਰ ਵਿੱਚ ਸਾਰੇ ਗੱਲਾਂ ਕਰ ਰਹੇ ਨੇ, ਚਲੋ ਬੈਠ ਕੇ ਪਰਿਵਾਰ ਸੁਮਣੀ ਸਾਹਿਬ ਕਰੋ, 2 ਘੰਟੇ ਦੀ ਗੱਲ ਕਰ ਰਹੇ ਨੇ, ਸੁਮਣੀ ਸਾਹਿਬ ਦਾ ਪਾਠ ਕਰੋ। ਕੋਈ ਕਹੇਗਾ ਮੇਰੀ ਕਮਰ ਦਰਦ ਹੈ, ਮੈਨੂੰ ਦੇਰ ਹੋ ਰਹੀ ਹੈ, ਭਾਵੇਂ ਉਹ ਗੱਲਾਂ 4 ਘੰਟੇ ਚੱਲਦੀਆਂ ਹੁੰਦੀਆਂ, ਮੈਨੂੰ ਖਿਮਾ ਕਰ ਦੇਣਾ। ਜਦ ਪਾਠ ਦੀ ਵਾਰੀ ਆਏਗੀ ਨਾ, ਕੋਈ ਇੰਝ ਹੋ ਜਾਏਗਾ, ਕੋਈ ਬਿਲਕੁਲ ਹੀ ਆਪਣਾ ਆਪ ਹੀ ਸੁੱਟ। ਗੁਰਦੁਆਰੇ ਵੀ ਮੈਂ ਦੇਖਣਾ, ਕਈ ਬਿਲਕੁਲ ਢੋਲ ਆ ਕੇ ਬਿਲਕੁਲ ਆਪਣਾ ਆਪ ਹੀ ਛੱਡ ਦਿੰਦੇ ਨੇ। ਇੱਕ ਮੈਂ ਕਿਸੇ ਦੀ ਵੇਖ ਕੇ ਨਹੀਂ, ਇੱਕ ਮੈਂ ਜਨਵੇ ਨਾਲ ਗੱਲ ਕਰ ਰਿਹਾ ਕਿ ਅਕਸਰ ਹੁੰਦਾ ਹੈ। ਅੰਦਰ ਜੋ ਹੈ ਉਹ ਬਾਹਰ ਆਉਂਦਾ ਹੈ ਤੇ ਸੇਮ ਹੁੰਦਾ ਹੈ। ਸਵਾਲ ਇਹ ਹੈ ਕਿ ਸਾਡਾ ਮਨ ਨਹੀਂ ਜੁੜਦਾ। ਤੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਦੇ ਰਿਲੇਟਿਡ ਗੱਲ ਕੀਤੀ ਹੈ, ਕਿਰਤ ਕਰੋ। ਮੈਂ ਤੁਹਾਡੇ ਧਿਆਨ ਉੱਥੇ ਲਿਆ ਰਿਹਾ। ਜਿਸ ਬੰਦੇ ਦੀ ਕਿਰਤ ਸੁੱਚੀ ਹੋਏਗੀ ਨਾ, ਉਹ ਜਦ ਅੰਮ੍ਰਿਤ ਵੇਲੇ ਜਾ ਕੇ ਸਿਮਰਨ ਕਰੇਗਾ, ਉਹਦਾ ਮਨ ਜੁੜੇਗਾ। ਕਿਰਤ ਦੇ ਨਾਲ ਸੰਬੰਧ ਜੇ ਨਾਮ ਦਾ, ਤਾਂ ਹੀ ਕਹਿੰਦਾ 10 ਨੂੰਹਾਂ ਦੀ ਕਮਾਈ ਖਾਣੀ ਚਾਹੀਦੀ ਹੈ। ਜੇ ਕਿਸੇ ਨਾਲ ਮੈਂ ਠੱਗੀ ਕੀਤੀ ਹੋਏਗੀ, ਬੋ ਪਰਪੰਚ ਕਰ ਪਰ ਧਨ ਲਿਆਵੇ, ਕਬੀਰ ਸਾਹਿਬ ਕਹਿ ਰਹੇ,
सुत दारा पे आन लुटावे, मन मेरे भूले, कपट न कीजे अंत निबेरा, तेरे जी पहली जे। जे मैं किसी भरा का हक मारिया होएगा तो सवेरे मैं सिमरन च जुड़ांगा तो जुड़ सकना? सोचो, जे मैं जठानी नाल लड़ी होवांगी, सस नूं बुरा भला क्या होएगा या सस ने नूह नूं क्या होएगा, सवेरे बैठांगा मैं सिमरन विच जुड़ सकांगा? ये भी व्यापार है। उस्तत मन में कर मन मेरे, उस्तत मन में कर निरंकार, कर मन मेरे सत व्यवहार। ये सत व्यवहार की है? ये खाली ये ना समझना कि कोई जॉब ते जा रहे या बिजनेस कर रहा है, भैणों वास्ते भी है। तुहाडी बोल सही होणगे ना, हमारे कहते टूट प्रीत गई बुर बोल। प्रीत कदों टुटदी है? 30-30 साल दे प्यार हुंदे ने, क्यों टुट जांदे ने? बुरे बोलन नाल। चंगा बोलदा ते किन्नी नूं सस दी बनदी है। लड़ाई कदों होंदी है? टूट प्रीत गई। गुरु ग्रंथ साहिब दे बोल ने बड़े कीमती, ताई मारे कहते मिठ बोलड़ा जी हर सज्जन स्वामी मोरा, हूँ संभल थकी जी वो कदे ना बोले कोड़ा, कोड़ा बोल न जाने पूरन भगवाने, ओगण को ना चितारे। वो तो बोलना ही नहीं जानता, तो जे तू ओदी विचारधारा लेंगा तू भी भुल जाएगा बोलना माड़ा। प्यार ना लाखो सतनाम श्री। हूँ सत व्यवहार हो गया। बिजनेस मैं किसी नाल ठगी नहीं मारी, मेरा शुद्ध व्यवहार है, मनु टेंशन नहीं है। जे मैं किसी का हक मार के हक पराया, नानका उस सूअर उस गाए, गुर पीर हामा तां परे जा मुरदार ना खाए। उत्थे फिर किसी ने ना दरगाह दे विच जामन नहीं भरना, ना गुरु ने ना पीर ने ना परमात्मा ने। ते महाराज ने पहली गल ही कही है कि मेरा सिख होएगा तो सुची किरत करेगा। आप हत्थी किरत करके सानू 15-16 साल, कोई 18 साल भी कहता है, चलो उस वाल नहीं जाना, वो इतिहासिक वो कुछ मसले होंदे हैं। चलो मतलब महाराज कहना चाहते हैं कि किरत सुची करोगे तो सवाल ही खत्म हो जाएगा। बड़ा प्यार करते जे गुरु नानक पातशाह, सुची किरत करन वाले तो बहुत प्यार करते जे। मैं एक इतिहास गल पढ़ रहा सी, एक पिंड विच गए गुरु नानक पातशाह, मरदाना सी नाल, सारा पिंड इकट्ठा हो गया। सारे गुरु नानक नूं आके मिलन दर्शन किए महाराज दे। महाराज बड़े सारे महाराज दे दर्शन करके निहाल हो रहे सन, पर महाराज इधर उधर देख रहे सन। तो किसी सिख ने पूछा, महाराज सारा पिंड तो इत्थे वे, तुसीं किहनूं लभदे वे? ये गल हुण सोचना, अपने ते लागू करना। जे असी किरत सुची करांगे ना, सानू गुरु नानक ढूंढेगा। ये लंगर जिहड़े लगदे ने ना, पूरे वर्ल्ड विच जांदी है ना मैसेज, यही हुई है किरत वाली गल है। महाराज कहते हैं मैं वो डिग्गी वाले नूं लभ रहा। पहला पता की हुंदा सी, साइकिल ते ना मसाले होंदे ना डब्बियां च पा के ना, सारे मसाले वेचदे सन। महाराज कहते मैं वो डिग्गी वाले नूं लभ रहा। वो कुदरती सामने आ रहा होंदा है, सिख सी महाराज दा। महाराज आप चल के उहदे कोल गए, हले दूर सी। इत्थे मैं एक गल होर कहां, मैनूं याद आ गई। असीं कहने ना असीं गुरु नानक नूं प्यार करने आ, तुसीं सारे कहंदे हो। स्वाद तां है गुरु के मैं इसनूं प्यार करना। एक बच्चा सी, अमृत वेले जागदा सी, गुरु नानक पातशाह नाल मेल होया, बड़ा खुश होया। ते महाराज ने ना एक डायरी कच्छ च सी, एक हाथ च सी, होंदी सी अक्सर। पुछया महाराज ये हाथी च डायरी कादी है? कहते ने हाथी च वो डायरी है जिहड़े मनु प्यार करते हैं। वो डायरी ले ली, माँ बच्चे ने वेखी, सारी डायरी फोल मारी, वह नाम ही नहीं है। बच्चा ना मायूस हो गया। हम तुसी अपने इष्ट नूं, मुरशद नूं, गुरु नूं प्यार करो,
ਤੇ ਉਹਦੀ ਡਾਇਰੀ 'ਚ ਤੁਹਾਡਾ ਨਾਮ ਹੀ ਨਾ ਹੋਵੇ ਤੇ ਸੁਭਾਵਕ ਹੈ ਤੁਸੀਂ ਮਨ ਵਿੱਚ ਥੋੜ੍ਹੀ ਜਿਹੀ ਮਾਯੂਸੀ ਆ ਜਾਏਗੀ ਕਿ ਮੇਰਾ। ਮਹਾਰਾਜ ਕਹਿੰਦਾ ਕੀ ਹੋਇਆ? ਕਹਿੰਦਾ ਮੇਰਾ ਤਾਂ ਨਾਮ ਹੀ ਨਹੀਂ ਹੈ। ਅੱਖਾਂ 'ਚੋਂ ਆਂਸੂ ਆ ਗਏ। ਤੇ ਮਹਾਰਾਜ ਕਹਿੰਦੇ ਨੇ ਇੱਕ ਡਾਇਰੀ ਨਾ ਮੇਰੀ ਕੱਛ 'ਚ ਹੈ। ਕਹਿੰਦੇ ਇਹ ਕਿਹੜੀ ਡਾਇਰੀ ਹੈ? ਕਹਿੰਦੇ ਨੇ ਉਹ ਡਾਇਰੀ ਹੈ ਜਿਨ੍ਹਾਂ ਨੂੰ ਮੈਂ ਪਿਆਰ ਕਰਨਾ, ਉਹਦੇ ਵਿੱਚ ਇਹ ਨਾਮ ਨੇ। ਜਦ ਉਹ ਡਾਇਰੀ ਉਸ ਬੱਚੇ ਨੇ ਲਈ ਤੇ ਸਭ ਤੋਂ ਉੱਤੇ ਨਾਮ ਉਸ ਦਾ ਸੀ। ਜਿਹੜੇ ਅੰਮ੍ਰਿਤ ਵੇਲੇ ਜਾਗ ਕੇ ਗੁਰੂ ਦੀ ਸ਼ਬਦ ਦੇ ਨਾਲ, ਗੁਰੂ ਦੇ ਸਿਮਰਨ ਵਿੱਚ ਜੁੜਦੇ ਨੇ, ਗੁਰੂ ਉਹਨਾਂ ਨੂੰ ਪਿਆਰ ਕਰਦਾ ਜੇ। ਬਾਕੀ ਤੇ ਸਾਰੇ ਗੁਰੂ ਨੂੰ ਪਿਆਰ ਕਰਦੇ ਨੇ ਨਾ, ਗੁਰੂ ਉਹਨਾਂ ਨੂੰ ਪਿਆਰ ਕਰਦਾ ਹੈ। ਉਹ ਜਦ ਡਿੱਕੀ ਵਾਲਾ ਸਾਹਮਣੇ ਆ ਰਿਹਾ ਸੀ, ਮਹਾਰਾਜ ਨੇ ਗਲਵਕੜੀ 'ਚ ਲੈ ਲਿਆ, ਬੜਾ ਪਿਆਰ ਕੀਤਾ। ਸੰਗਤ ਹੈਰਾਨ ਹੈ ਕਿ ਸਾਰਿਆਂ ਨੂੰ ਮਹਾਰਾਜ ਨੇ ਕਿਸੇ ਨੇ ਵੀ ਗੱਲ ਨਹੀਂ ਲਗਾਇਆ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕੋ ਗੁਰ ਪੂਰਾ ਭੇਟਿਓ। ਵਾਹ। ਤੇ ਪਿੰਡ ਦੇ ਸੰਗਤ ਪੁੱਛਦੀ ਹੈ, ਮਹਾਰਾਜ ਇਸ ਨੂੰ ਤੁਸੀਂ ਗਲਵਕੜੀ ਲਿਆ, ਆਪ ਚੱਲ ਕੇ ਇਹਦੇ ਕੋਲ ਗਏ ਹੋ। ਤੇ ਮਹਾਰਾਜ ਕਹਿੰਦੇ ਨੇ ਇਹ ਮੇਰਾ ਨਾ ਬੜਾ ਪਿਆਰਾ ਸਿੱਖ ਹੈ। ਮਹਾਰਾਜ ਅਸੀਂ ਵੀ ਤੇ ਹਾਂ, ਤੁਸੀਂ ਵੀ ਹੋ। ਕਈਆਂ ਨੂੰ ਨਾ ਪਿਆਰਿਆਂ ਦੀ ਸੰਗਿਆ ਮਿਲੀ ਹੈ। ਉਹਨੂੰ 80,000 ਦੇ ਇਕੱਠ ਵਿੱਚ ਸਾਰੇ ਪਿਆਰੇ ਥੋੜ੍ਹਾ ਸੀ, ਉਹ ਪਿਆਰੇ 5 ਹੀ ਸਨ। ਦੇਖੋ ਸਾਨੂੰ ਸਭ ਤੋਂ ਪਹਿਲਾਂ ਪਿਆਰੀ ਹੁੰਦੀ ਹੈ ਜਿੰਦ, ਪ੍ਰਾਣ। ਜਿਹੜਾ ਜਿੰਦੀ ਬਾਤ ਗੁਰੂ ਸਾਹਿਬ ਦੇ ਸਾਹਮਣੇ ਰੱਖਦੇ, ਤੇ ਮਹਾਰਾਜ ਨੇ ਸੰਗਿਆ ਵੀ 5 ਦੀ ਉਹਨਾਂ ਨੂੰ ਦਿੱਤੀ ਪਿਆਰਿਆਂ ਨੂੰ, ਹੋਰ 6ਵਾਂ ਨਹੀਂ ਜੇ ਕੋਈ। ਔਰ ਕਿੰਨੀ ਵੱਡੀ ਗੱਲ, ਜਦੋਂ ਮਹਾਰਾਜ ਨੇ 5 ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਲਈ ਤੇ ਸੰਗਤਾਂ ਕਈ ਆਈਆਂ, ਕਹਿਣ ਲੱਗੇ ਮਹਾਰਾਜ ਸਾਨੂੰ ਅੰਮ੍ਰਿਤ ਛਕਾਓ। ਕਹਿੰਦੇ ਨੇ ਇਹ ਜਿਹੜੀ ਦਾਤ ਹੈ ਨਾ ਹੁਣ ਮੇਰੇ ਹੱਥ ਵਿੱਚ ਵੀ ਨਹੀਂ ਜੇ, ਇਹ ਮੈਂ 5 ਨੂੰ ਸੌਂਪ ਦਿੱਤੀ ਹੈ। ਔਰ ਜਿਹੜਾ ਵੀ 5 ਜਿਹੜਾ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 5 ਪਿਆਰਿਆਂ ਪਾਸੋਂ ਮਿਲੇਗੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਪਿਆਰਾ। ਇਹੀ ਬਣਨਾ ਸੀ। ਤੇ ਮਹਾਰਾਜ ਇਹ ਪਿਆਰਾ ਸਿੱਖ ਕਿਉਂ ਹੈ ਜੀ? ਸਭ ਤੋਂ ਵੱਡੀ ਇਸ ਦੀ ਖੂਬੀ ਹੁਣ ਸੁਣ ਲਓ ਕੀ ਹੈ। ਜਿਹੜਾ ਵੀ ਕੋਈ ਕਾਰਜ ਕਰਦਾ ਹੈ, ਕਹਿੰਦੇ ਜੀ ਇਹ ਸੌਦਾ ਪੂਰਾ ਤੋਲਦਾ ਜੇ। ਸੱਚ ਵਾਪਾਰ ਕਰੋ ਵਾਪਾਰੀ, ਦਰਗਾਹ ਨਿਭੇ ਕਿਰਤ। ਦੂਜਾ ਘੱਟ ਨਹੀਂ ਤੋਲਦਾ। ਰੇਟ ਇੱਕੇ, ਬੱਚਾ ਆ ਜਾਏ, ਬਜ਼ੁਰਗ ਆ ਜਾਏ, ਰੇਟ ਇੱਕੋ ਰੱਖਿਆ। ਤੇ ਕੋਈ ਮਾਲ ਜਿਸ ਤਰ੍ਹਾਂ ਅੱਜ ਕਹਿ ਲਓ ਡੁਪਲੀਕੇਟ ਨਹੀਂ ਰੱਖਦਾ। ਇਹ ਸੁੱਚੀ ਕਿਰਤ ਕਰਦਾ ਹੈ। ਇਹਨੂੰ ਮੈਂ ਸਭ ਤੋਂ ਜ਼ਿਆਦਾ ਤੁਹਾਡੇ ਤੋਂ ਇਹਨੂੰ ਪਿਆਰ ਕਰਨਾ। ਤੇ ਜੇ ਅਸੀਂ ਕਿਰਤ ਵਿੱਚ ਜਿੱਥੇ ਵੀ ਹਾਂ ਕੋਈ ਕਰਪਸ਼ਨ ਕਰ ਰਿਹਾ ਹੈ, ਦੇਖੋ ਕਬੀਰ ਸਾਹਿਬ ਤੇ ਕਹਿ ਹੀ ਰਹੇ ਨੇ, ਮੈਂ ਹੁਣੇ ਬੋਲਿਆ ਹੀ ਹੈ, ਬੋ ਪਰ ਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੇ ਆਨ ਲੁਟਾਵੇ। ਬੰਦਾ ਆ ਕੇ ਪੈਸਾ ਇਹੋ ਜਿਹਾ ਕਿਹਨੂੰ ਲੁਟਾਉਂਦਾ ਹੈ? ਭਰਾਵਾਂ ਤੇ ਨਹੀਂ ਲੁਟਾਉਂਦਾ। ਕਦੀ ਦੇਖੋ ਭਰਾ ਤੇ ਨਹੀਂ ਲੁਟਾਏਗਾ, ਨਾ ਪਿਓ ਤੇ ਵੀ ਨਹੀਂ ਲੁਟਾਏਗਾ। ਸੁਤ ਦਾਰਾ ਘਰ ਵਾਲੀ ਦੇ ਜਾਂ ਪੁੱਤਰ ਤੇ, ਬਈ ਗਹਿਣੇ ਬਣਾ ਲਿਆ, ਜਾਂ ਪੁੱਤਰ ਨੂੰ ਕਹੇਗਾ ਤੂੰ ਪੜ੍ਹ, ਜਾਂ ਜੋ ਵੀ ਹੈ। ਕਬੀਰ ਸਾਹਿਬ ਦੇਖੋ ਕਿਤਨੀ ਧਿਆਨ ਨਾਲ ਸੋਚੋ, ਪਰਿਵਾਰ ਦੇ ਕਿਸੇ ਭੈਣ ਦਾ ਜ਼ਿਕਰ ਨਹੀਂ ਕੀਤਾ, ਪਿਓ ਦਾ ਨਹੀਂ ਜ਼ਿਕਰ ਕੀਤਾ। ਸੁਤ ਦਾਰਾ ਪੇ ਆਨ ਲੁਟਾਵੇ। ਉਹ ਆ ਕੇ ਪੁੱਤਰ ਤੇ ਆਪਣੀ ਘਰਵਾਲੀ ਤੇ ਉਡਾਉਂਦਾ ਹੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿਲੇ। ਅੰਤ ਸਮੇਂ ਇਹਨਾਂ ਦਾ ਹਿਸਾਬ ਤੇਰੇ ਨਾਲ ਹੋਣਾ ਹੀ, ਉਹਨਾਂ ਦੇ ਨਾਲ ਨਹੀਂ ਹੋਣਾ। ਤੂੰ ਭਾਵੇਂ ਜਿਵੇਂ ਮਰਜ਼ੀ ਮਾਇਆ ਲਿਆ। ਤੇ ਜਿਹੜਾ ਸਾਡਾ ਸਵਾਲ ਹੈ ਨਾ, ਕਿਰਤ ਕਰਕੇ, ਜੇ ਸੁੱਚੀ ਕਿਰਤ ਹੋਏਗੀ ਨਾ, ਤੇ ਜਦੋਂ ਨਾਮ ਜਪੋਗੇ ਨਾ, ਤੁਹਾਡਾ ਸਵਾਲ ਹੀ ਮੁੱਕ ਜਾਏਗਾ। ਕਿਉਂਕਿ ਤੁਸੀਂ ਕਿਸੇ ਨਾਲ ਫਰੇਬ ਕੀਤਾ ਹੀ ਨਹੀਂ ਹੋਏਗਾ, ਕਿਸੇ ਨਾਲ ਮਾੜਾ ਬੋਲਿਆ ਹੀ ਨਹੀਂ ਹੋਏਗਾ। ਮੇਰੀ ਭੈਣ ਨੇ ਘਰ ਵਿੱਚ ਸਾਰਿਆਂ ਨਾਲ ਮਿੱਠਾ ਬੋਲਿਆ ਹੋਏਗਾ। ਉਹ ਫਿਰ ਸਿਮਰਨ ਕਰੇਗੀ, ਉਹਦਾ ਦਿਲ ਲੱਗੇਗਾ।
ਜਦੋਂ ਸਿਮਰਨ ਵਿੱਚ ਜੁੜੇਗੀ, ਅੰਦਰੋਂ ਇੱਕ ਤਰੰਗਾਂ ਉੱਠਣਗੀਆਂ, ਉਹ ਉੱਠਣਗੀਆਂ ਵੰਡ ਕੇ ਛਕਾਂ। ਇਹ ਸਿਧਾਂਤ ਹੈ ਸਾਡਾ ਬਈ ਆਪਣੇ ਵਾਸਤੇ ਤੇ ਸਾਰੇ ਪਰਿਵਾਰ ਵਾਸਤੇ ਕਰ ਰਹੇ ਨੇ, ਕਿਸੇ ਵਾਸਤੇ ਜਨ ਪਰ ਉਪਕਾਰੀ ਆਏ। ਉਹਦੀ ਬਿਰਤੀ ਐਸੀ ਬਣ ਜਾਏਗੀ, ਭਗਤ ਦੀ ਬਿਰਤੀ। ਦੇਖੋ, ਵੰਡ ਕੇ ਛਕਣ ਦੀ। ਫਰੀਦ ਸਾਹਿਬ ਜੀ ਕੋਲ ਮੈਂ ਇੱਕ ਦਿਨ ਪੁੱਛਿਆ, ਮੈਂ ਕਿਹਾ ਫਰੀਦ ਸਾਹਿਬ ਤੁਸੀਂ ਦੱਸੋ ਭਗਤ ਕਿਹਨੂੰ ਕਹਿੰਦੇ ਨੇ? ਕਹਿੰਦੇ ਨੇ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਕੁਛ ਨਾਮ ਹੀ ਹੁੰਦਿਆਂ ਥੋੜੇ ਵਿੱਚੋਂ ਥੋੜਾ ਦੇ ਕੇ ਕਹੇ ਮੇਰਾ ਵੀ ਪੇਟ ਰੱਜਿਆ ਰਹੇ, ਤੂੰ ਵੀ ਰੱਜ ਜਾ, ਉਹ ਜੇ ਭਗਤ। ਆਪਣੇ ਵਾਸਤੇ ਤੇ ਸਾਰੇ ਹੀ ਕਰ ਰਹੇ ਨੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਦਿੱਲੀ ਦੇ ਚਾਂਦਨੀ ਚੌਂਕ ਤੇ ਕੀ ਸੀ? ਦੂਜੇ ਦਾ ਭਲਾ। ਇਹ ਹੁਣ ਕਰੋਨਾ ਪੀਰੀਅਡ ਨਿਕਲਿਆ, ਐਸੇ ਵੀ ਪਰਿਵਾਰ ਨੇ ਕਰੋਨਾ ਤੋਂ ਪੀੜਿਤ ਹੋ ਕੇ ਵੀ ਠੀਕ ਹੋਣ ਤੋਂ ਬਾਅਦ ਫਿਰ ਖਲਕਤ ਦੀ ਸੇਵਾ ਕਰ ਰਹੇ ਨੇ। ਸੇਵਾ ਕਰਤ ਹੋਏ ਨਹਿ ਕਾਮੀ। ਇਹ ਕੀ ਹੈ? ਇਹ ਗੁਰੂ ਨਾਨਕ ਦੇ ਸਿਧਾਂਤ ਨੂੰ। ਪਰ ਮੈਂ ਅਕਸਰ ਇੱਕ ਬੇਨਤੀ ਇੱਥੇ ਜ਼ਰੂਰ ਕਰਕੇ ਜਾਵਾਂਗਾ, ਸਾਡੀ ਪਹਿਚਾਣ ਖਾਲੀ ਲੰਗਰਾਂ ਨੂੰ ਵਰਤਾਨ ਵਿੱਚ ਤੱਕ ਨਾ ਰਹਿ ਜਾਏ ਕਿ ਬਈ ਸਿੱਖ ਲੰਗਰ ਬੜੇ ਲਾਉਂਦੇ ਨੇ, ਕਿੱਥੇ ਵਿਪਤਾ ਆ ਜਾਏ ਖੜੇ ਹੋ ਜਾਂਦੇ ਨੇ। ਨਹੀਂ, ਸਿੱਖ ਦੀ ਪਹਿਚਾਣ ਹੋਣੀ ਚਾਹੀਦੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਉਹਦੇ ਆਸ਼ਰੇ ਅਨੁਸਾਰ ਚੱਲਦੇ ਨੇ। ਮਹਾਰਾਜ ਨੂੰ ਕਿਹਾ ਸੀ, ਗੁਰੂ ਅਰਜਨ ਦੇਵ ਮਹਾਰਾਜ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਸੀ ਸੰਗਤਾਂ ਨੇ, ਮਹਾਰਾਜ ਇਹਦੇ ਅਰਥ ਕਰ ਜੋ ਗੁਰੂ ਗ੍ਰੰਥ ਸਾਹਿਬ ਦੇ। ਕਹਿੰਦੇ ਨਹੀਂ, ਮੈਂ ਅਰਥ ਨਹੀਂ ਕਰਾਂਗਾ। ਵੈਸੇ ਕੀਤੇ ਨੇ ਪਰ ਲਿਖਿਤ ਵਿੱਚ ਨਹੀਂ ਜੇ। ਕਹਿੰਦੇ ਸਿੱਖ ਨਾ ਫਿਰ ਚੁੱਭੀ ਲਾਉਣ ਤੋਂ ਵਾਂਝਾ ਰਹਿ ਜਾਏਗਾ। ਗੁਰੂ ਗ੍ਰੰਥ ਸਾਹਿਬ ਦੇ ਅਰਥ ਤਾਂ ਹੋਣਗੇ, ਸਿੱਖ ਅਰਥ ਕਰਕੇ ਜਦੋਂ ਸੰਸਾਰ ਵਿੱਚ ਵਿਚਰੇਗਾ ਉਹਦੇ ਜੀਵਨ ਦੀ ਝਲਕ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਨਜ਼ਰ ਆਉਣਗੇ। ਬੜੀ ਵੱਡੀ ਗੱਲ ਜੇ। ਸਿੱਖ ਨੂੰ ਵੇਖ ਕੇ ਕਿਸੇ ਭੈਣ ਨੇ, ਕਿਸੇ ਵੀਰ ਨੇ ਬਾਣਾ ਪਾਇਆ ਹੋਵੇ, ਬੰਦਾ ਸਾਹਮਣੇ ਸਮਝ ਜਾਏਗਾ ਭਾਈ ਇਹ ਜ਼ਰੂਰ ਅੰਮ੍ਰਿਤ ਵੇਲੇ ਜਾਗਦਾ ਜੇ, ਨਿਤਨੇਮ ਕਰਦਾ ਜੇ। ਕੁਝ ਕਹਿਣ ਦੀ ਲੋੜ ਨਹੀਂ ਪੈਣੀ। ਤੇ ਜੇ ਉਹ ਪਖੰਡ ਬਣਿਆ ਤਾਂ ਫਿਰ ਉਹਦਾ ਕਰਮ ਹੈ। ਤਾਂ ਮਹਾਰਾਜ ਨੇ ਇਹ ਸਿਧਾਂਤ ਸਾਨੂੰ ਦੱਸਿਆ ਹੈ ਕਿ ਵੰਡ ਕੇ ਛਕੋ। ਭਗਤ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਵਿੱਚ ਮੇਰੇ ਕੋਲ ਸਮਾਂ ਨਹੀਂ, ਹਰ ਚੀਜ਼ ਦਾ ਜਵਾਬ ਹੈ। ਸੰਤ ਕੈਸਾ ਹੋਣਾ ਚਾਹੀਦਾ ਹੈ? ਜਿੰਨਾ ਸਾਸ ਗਿਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਬ੍ਰਹਮ ਗਿਆਨੀ ਕੈਸਾ? ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਕੇ ਇਕਸ ਬਿਨ ਕੋਏ। ਨਾਨਕ ਇਹ ਲੱਛਣ ਜਿਹਦੇ ਮਨ ਦੇ ਵਿੱਚ, ਮੁਖ ਦੇ ਉੱਤੇ ਔਰ ਇੱਕ ਨੂੰ ਮੰਨਦਾ ਹੋਵੇ, ਇਹ ਲੱਛਣ ਬ੍ਰਹਮ ਗਿਆਨੀ ਦੇ ਨੇ। ਬ੍ਰਾਹਮਣ ਕੈਸਾ ਹੋਣਾ ਚਾਹੀਦਾ ਹੈ? ਕੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਇਹ ਸ਼ਬਦ ਪੜ੍ਹੀ ਦਾ ਨਾ, ਜੋ ਤੂੰ ਬ੍ਰਾਹਮਣੀ ਬ੍ਰਾਹਮਣ ਜਾਇਆ, ਤੋ ਆਨ ਬਾਟ ਕਾਏ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਾ ਸੂਦ, ਹਮ ਕਤ ਲਹੂ ਤੁਮ ਕਤ ਦੂਧ। ਕੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜਿਹੜਾ ਬ੍ਰਹਮ ਦੀ ਵਿਚਾਰ ਕਰੇ ਉਹ ਬ੍ਰਾਹਮਣ ਹੈ। ਬ੍ਰਹਮ ਕੋਈ ਫੀਤੀ ਦਾ ਨਾਮ ਨਹੀਂ ਹੈ, ਉਹ ਕੋਈ ਵੀ ਕਰ ਸਕਦਾ ਹੈ। ਉਹ ਸਾਡੇ ਗਿਆਨੀਆਂ ਵਾਸਤੇ ਵੀ ਹੈ, ਸਾਰਿਆਂ ਵਾਸਤੇ ਹੈ। ਪੰਡਤ ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਹਰ ਚੀਜ਼ ਦਾ ਜਵਾਬ ਹੈ। ਤਾਂ ਗੁਰੂ ਸਾਹਿਬ ਨੇ ਇਹ ਤਿੰਨ ਸਿਧਾਂਤ ਸਾਨੂੰ ਦੱਸ ਕੇ ਇਹ ਚਾਨਣ ਪਾਉਣ ਦਾ ਸੰਸਾਰ ਦੇ ਵਿੱਚ ਇੱਕ ਨਵੇਕਲਾ ਢੰਗ ਲੈ ਕੇ ਆਏ। ਮੈਂ ਕੱਲ ਪਰਸੋਂ ਵੀ ਕਿੱਥੇ ਵਿਚਾਰ ਹੋ ਰਹੀ ਸੀ, ਮੈਂ ਕਹਿ ਰਿਹਾ ਸੀ, ਮੈਂ ਕਿਹਾ ਇਸਲਾਮ ਦੇ ਅੰਦਰ ਨਾ ਕਿਸੇ ਹਿੰਦੂ ਪੀਰ ਫਕੀਰ ਨੂੰ ਨਾ ਬਾਤੀ ਅਹਿਮੀਅਤ ਨਹੀਂ ਦਿੰਦੇ। ਉਹ ਕਿਸੇ ਵੀ ਦੂਜੇ ਮਜ਼ਹਬ ਨੂੰ ਆਪਣੇ ਮਜ਼ਹਬ ਦੇ ਨਾਲ ਨਹੀਂ, ਕਿਸੇ ਨੂੰ ਨੀਵੇਂ ਸਮਝਦੇ ਨੇ। ਪਰ ਮੈਂ ਜਦ ਗੁਰੂ ਨਾਨਕ ਦਾ ਇਤਿਹਾਸ ਪੜ੍ਹ ਕੇ ਵੇਖਣਾ ਵਾਂ, ਉਸ ਨੂੰ ਗੁਰੂ ਨਾਨਕ ਨੂੰ ਤੇ ਘਰ ਘਰ ਬਾਬਾ ਗਾਵੇ, ਉਹਨੂੰ ਹਰ ਕੋਈ ਗਾ ਰਿਹਾ ਹੈ। ਭਾਵੇਂ ਕੋਈ ਹੁਣ ਪੰਜਾ ਸਾਹਿਬ ਮਾਰੇ ਕਿਰਪਾ ਕੇ ਗਏ, 50% ਤੋਂ ਉੱਤੇ ਮੁਹੰਮਦਨ ਸਨ। ਮਸਜਿਦ ਚਲੇ ਜਾਓ, ਤੁਹਾਨੂੰ ਕੋਈ ਹਿੰਦੂ ਸਿੱਖ ਘੱਟ ਮਿਲੇਗਾ ਹੀ ਨਹੀਂ। ਮੈਨੂੰ ਖਿਮਾ ਕਰ ਦੇਣਾ, ਮੰਦਰ ਚਲੇ ਜਾਓ, ਤੁਹਾਨੂੰ ਮੁਸਲਮਾਨ ਕੋਈ ਮਿਲੇਗਾ ਹੀ ਨਹੀਂ।
पर तुसी अपने गुरुद्वारिਆਂ ਵਿੱਚ गुरु नानक ਦੇ ਘਰ ਵੇਖੋ हर धर्म का बंदा मिलेगा, क्योंकि गुरु नानक हर एक दे उत्ते नज़र रखता है, सब ते मेहर करता है, क्योंकि विचारधारा है गुरु नानक दी। तो मैं अखीर विच एक बेनती करके समाप्ति करांगा। जो महाराज का इतिहास है ना, मैं किधर भी चल पावां समा लग जाएगा, समा भी संपूर्ण हो रहा है। मैं एक गल सारियां दे चरनां विच बेनती जरूर करांगा, अरदास करना दास कूकर दी भी, कि असी जो कह रहे हैं 2 4 5 पैसे असी भी चल जाइए। एक गल का ध्यान रखना, जे असी इत्थे बैठ के अज विचारां सुनिया ने, जेड़ा भी शरीर इत्थे बैठा है या कोई सुन रहा लाइव भी, जे सवेरे उठ के नाम नहीं जपदा, अब मैं किसी नूं हथ नहीं उठवा रहा, ये तुहानूं तुहाडी पिक्चर पता है, मैनूं मेरी पता है। मैं तो सिर्फ गुरु नानक दा संदेश जिहड़ा घर घर अंदर धर्मसाल होवे कीर्तन सदा विसोहा, मनाए गुरपुरब तां ही सफले ने। मैं पहला क्या खाली बाणा ने बन के बह जाइए, बाणे दे नाल बाणी दा कंटैक्ट रखना है, सुरत ते शब्द दा इहदा मेल होएगा ना, ते तां ही आनंद बचेगा। आनंद आनंद सबको कहे, आनंद गुरु ते जाने, इहदा ही मेल करना है, शब्द ते सुरत दा, शरीर दा नहीं। जेड़ा भी शरीर उठ के, मैं कई वेख्या अखबार फड़ते हैं, कोई बैड टी ले लैंदा है, कोई सवेरे कुत्ते खिलांदा हुंदा है। मैं कई सिख ही देखना वा नंगे सिर, वाहिगुरू भली उन्हें करे। महाराज दा बचन पढ़ो, कर इशनान सिमर प्रभ अपना, किथे नहीं क्या। रहतनामा पढ़ो भाई नंद लाल जी का, गुरसिख रहत सुनो मेरे मीत, उठ प्रभात करे हित चीत, वाहे गुरु पुन मंत्रे जाप, कर इशनान पढ़े जप जाप, दर्शन करे मेरा पुन आए, अदब सु बैठ गुर हित चित लाए। ये सारी पौड़ी वो सारा कुछ दसिया है। ये गुरसिख का जीवन, मैं अगे नहीं जा रहा, मेरा जिथे कंसैप्ट है मैं उत्थों तक रोक रहा। फिर अगे क्या, संध्या समय सुने रे रास, कथा कीर्तन सुने हर जास, इनमें नेम एक कहाए, सो सिख अमरापुरी में जाए। 5 नेम पुर सिख जो तारे, 21 कुल कुटुंब को तारे, तारे कुटुंब मुकस होए। किन्नियां वडियाइयां ने जे असी इस गुरु नानक दी इस स्टडी दे नाल चलीए। उठ के सब तो पहला काम, जे कोई काम दूजा करदा वे ते जे ते बैठिया दास का भी भला हो जाएगा, जे अपने जीवन के विचार नूं चेंज कर लवांगे। मैं पहले ही शुरू किया, विचार सुन के विचार बदलने जे। जेड़ा भी कोई वीर भैन उठदा है, सब तो पहला क्रिया करके इशनान करके पहला पाठ जपजी साहिब दा करे, पूरा नेम करे। जिहड़े कर रहे ने मुबारक चरण की धूड़ी चाहिए उन्हां दी। जन नानक धूड़ मंगे तिस गुरसिख की, जो आप जप है अवरह नाम जपा है। देखो संगत विच कई बैठे होंदे ने, किसी ने महाराज ने गुरु अर्जन देव महाराज ने पूछा सी की नेम है, एक वीर खड़ा होया, कहते मैं उठ के इशनान करना वा ते बाणियां पढ़ना। महाराज कहते तू बह जा। एक कोलों पूछया, कहता जी मैं उठ के कौन ती चले जाना। महाराज कहते तू ही बह जा। एक कोलों पूछया महाराज ने तू की करना है, कहता जी महाराज मैं उठ के ना पहला सारे महल्ले दे सिख परिवारां नूं गुरु नानक नाम लेवा नूं उठाना वा, फिर सारे उठ के असी चौपाल ते बैठ के ना असी नेम करने। महाराज कहते तू 2 कदम पिछे हो जा। संगत हैरान है बई सारियां नूं ते इहनूं 2 कदम पिछे। महाराज आप सिंघासन तो उठ के उहदी चरण धूड़ी लैंगे, क्योंकि जन नानक धूड़ मंगे तिस गुर सिक्की, जो आप जपे अवरह नाम। उठ के जे कोई नेम करता है अच्छी गल है, कोई 6 बजे उठता है वो कल तो 5 बजे उठे, 5 वाला 4, 4 वाला 3। ये अपने मन के अंदर सी लड़ाई करनी है। आत्म जिणे सगल अवस्था के जिदे बारे शब्द आंदा है।
जाको हर रंग लागो इस युग में, सो कैयत है सूरा, आत्म जिणे सगल अवस्था के, जाका सतगुरु पूरा। ठाकुर गाइए आत्म रंग सरनी पावन, नाम ध्यावन सह समावन संग, जन के चरण वसे मेरे हीरे, संग पुनीता देई, जन की धूड़ देव कृपा निध, नानक कै सुख एही। उठ के एक पाठ ਜਿਹੜੇ कुछ भी नहीं करते या बैठ ही लेंदे ने, कल तो ये करना है जे गुरु नानक पातशाह का आगमन पुरब मनाना सफला चाहते हो अपने आप ही, तो उठ के पहली बाणी जपजी साहब करो, तो जेड़े नहीं करते वो भी सुन लो। जित मुख नाम ना उचरे आसा दी वार, जित मुख नाम ना उचरे विण नामे रस खाए, नानक इवें जानिए तित मुख थुक्का पाए। देखो किन्नी लानत, थुक्का जेड़ा खाण तो पहला बिना वाहिगुरू दे नाम जपे तो मूँह ते पा ले, तां ही कि जे प्रसाद छत्ती अमृत खाए। होर वड्डी गल, नाम बिना जो पैरे खाए, जो कुकर जूठन में पाए। जेड़े नाम तो बगैर कुछ खांदे ने ना, चलो जो आया घर प्रसादा आख्या एकदम खा लिया, नहीं, 1 सेकंड 10 सेकंड रुक के नहीं मार गए। जिस कुत्ता झूठ ही मूँह मार दिया ना, उसकी वो हालत है। नाम बिना जो पैरे खाए, जो कुकर जूठन में पाए। मैं नहीं कह रहा, बाणी कह रही है। तो उठ के असी, मैं हाथ नहीं खड़ा करवाने, एक अंदर प्रण करना है कि मैं अज तो बाद गुरु नानक पातशाह तुहाडा गुरपुरब इस रूप में मनाना है कि मैं हुण रहिंदे सवासां तक दुनिया की क्रियावां तां करांगा पहला पाठ जपजी साहिब। क्यों मैं कह रहा, खाली पेट किसी को गैस ट्रबल होए ना, तो डॉक्टर की कहता है बई ए वाला कैप्सूल खा लो, क्यों सारा दिन गैस नहीं बनेगी, होंदा ना, कई खांदे भी ने। जे तू अमृत वेले खाली पेट जपजी साहिब दी अंदर बाणी पा लेगा, तो बाद विच जो पाएगा वो अमृत ही होना ही, जो बोलेगा वो अमृत ही होना ही। तो महाराज कृपा करन, गुरु नानक पातशाह का गुरपुरब मना रहे हाँ, विचारां बहुत ने, पर आप संगत दे जिस तरह भैन जी ने जिस तरह याद किया, बेदी साहब सारिਆਂ ने बड़ा प्यार दिता दूर करके। सो एक प्रोग्राम भी सी अपना जो हफ्तावारी होंदा है, वो कराला जगह सी, उत्थों दी महाराज ने कृपा करके इत्थे सेवा लई है। बेअंत भुल्लां गलतियां होईयां ने, वो दास दियां ने। जे बचन आप नूं चंगे लगन, वो गुरु दे बचन समझ के हिरदे विच वसाउणा। सारिਆਂ ਨੂੰ गुरु नानक पातशाह के आगमन पुरब दीयां लख लख वधाइयां। सारी प्रबंधक कमेटी का धन्यवाद, सब तो ज़्यादा धन्यवाद श्री गुरु ग्रंथ साहिब का, जो इस मूड़े पासों भी क्या मूल है बोले, की बोल सकता है, पर ज्यों बुलावे त्यों बोले स्वामी, कुदरत कमन हमारी, साध संग नानक जस गायो, जो प्रभ की अत प्यारी। अगम गोचर सच साहिब मेरा, नानक बोले बुलाया तेरा, तेरा बुलाया सी बोले। जे भुल्लां होईयां ने दास की झोली विच पा देना, बचन चंगा लगे तो हिरदे विच जरूर वसाना। कल दी सवेर जपजी साहिब तो आरंभ करनी है। ये बचन गुरु दे ने, मैं नहीं कह रहा। कर इशनान सिमर प्रभ अपना, मन तन भए अरोगा। सारियां दा धन्नवाद। वाहिगुरू जी का खालसा,